ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ। ਸ਼੍ਰੀ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ, ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ, ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਇ। ਧੰਨ ਧੰਨ ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਦੀਨ ਦਿਆਲ, ਕਿਰਪਾਲ, ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ। ਧੰਨ ਧੰਨ ਗੁਰੂ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ, ਮੁਕਤ ਭੁਗਤ ਜੁਗਤ ਦੇ ਦਾਤੇ। ਧੰਨ ਧੰਨ ਸਤਿਗੁਰੂ ਗਰੀਬ ਨਵਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜੋ, ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏ ਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਨਾਲ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਮਹਾਨ ਪਵਿੱਤਰ ਪਾਵਨ ਗੁਰਬਾਣੀ ਜੀ ਦਾ ਆਨੰਦ ਮਾਣ ਰਹੇ ਹੋ, ਸੰਗਤ ਕਰ ਰਹੇ ਹੋ।
ਆਓ ਸਾਰੀ ਸੰਗਤ ਆਪੋ ਆਪਣੀ ਹਾਜ਼ਰੀ ਲਵਾਈਏ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਤੀਸਰੇ ਪਾਤਸ਼ਾਹ ਜੀ ਦੀ ਆਪ ਜੀ ਸਰਵਣ ਕਰ ਰਹੇ ਹੋ। ਗੁਰੂ ਸਾਹਿਬ ਗੋਇੰਦਵਾਲ ਸਾਹਿਬ ਵਿਖੇ ਸੁਭਾਏਮਾਨ ਹਨ। ਬੇਅੰਤ ਸਿੱਖ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਆਉਂਦੇ ਹਨ। ਭਾਈ ਪਾਰੋ ਜੀ ਗੁਰੂ ਸਾਹਿਬ ਦੇ ਸਿੱਖ ਹਨ, ਜਿਹੜੇ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਟਿਕੇ ਹੋਏ ਹਨ। ਭਾਈ ਪਾਰੋ ਜੀ ਨੇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਸੰਗਤ ਬਹੁਤ ਆਉਂਦੀ ਹੈ, ਪਰ ਮਹਾਰਾਜ ਬਹੁਤ ਸਾਰੀ ਸੰਗਤ ਇੱਕ ਦੂਜੇ ਨੂੰ ਜਾਣਦੀ ਨਹੀਂ ਹੈ, ਤੇ ਮਹਾਰਾਜ ਆਪ ਕਿਰਪਾ ਕਰੋ, ਬਖਸ਼ਿਸ਼ ਕਰੋ, ਤੇ ਕੋਈ ਐਸਾ ਸਬੱਬ ਬਣਾਓ ਦੇਸ਼ਾਂ ਵਿਦੇਸ਼ਾਂ ਦੀ ਜਿਹੜੀ ਸੰਗਤ ਹੈ ਉਹ ਇੱਕ ਦਿਨ ਗੁਰੂ ਘਰ ਆਵੇ ਤੇ ਮੇਲਾ ਲੱਗਿਆ ਕਰੇ। ਤੇ ਮਾਫ ਕਰਿਓ, ਭਾਈ ਪਾਰੋ ਜੀ ਦਾ ਮੇਲੇ ਤੋਂ ਭਾਵ ਇਹ ਨਹੀਂ ਵੀ ਜਿਹੜੇ ਅੱਜ ਮੇਲੇ ਲੱਗਦੇ ਆ ਜਲੇਬੀਆਂ ਵਾਲੇ, ਪੰਘੂੜਿਆਂ ਵਾਲੇ, ਉਹ ਮੇਲਾ ਨਹੀਂ ਜੀ। ਗੁਰੂ ਘਰ ਦੇ ਵਿੱਚ ਇੱਕ ਸ਼ਬਦ ਤੁਰਿਆ ਆ ਰਿਹਾ, ਜੋੜ ਮੇਲਾ। ਜੋੜ ਮੇਲੇ ਦਾ ਕੀ ਭਾਵ ਹੈ? ਜੋੜ ਮੇਲੇ ਦਾ ਭਾਵ ਹੈ ਉਹ ਮੇਲਾ, ਉਹ ਮਿਲਾਪ ਜਿਸ ਵਿੱਚ ਵਾਹਿਗੁਰੂ ਜੀ ਦੇ ਨਾਲ ਸੁਰਤ ਜੁੜੇ ਜੀ ਸਾਡੀ ਜੀ, ਉਹਨੂੰ ਜੋੜ ਮੇਲਾ ਕਹਿੰਦੇ ਆ। ਮਹਾਰਾਜ ਕੋਈ ਜੋੜ ਮੇਲਾ ਹੋਵੇ, ਸੰਗਤਾਂ ਇੱਕ ਦੂਜੇ ਨੂੰ ਜਾਣਨ, ਪ੍ਰੇਮ ਵਧੇ। ਗੁਰੂ ਸਾਹਿਬ ਜੀ ਨੇ ਭਾਈ ਪਾਰੋ ਜੀ ਨੂੰ ਕਿਹਾ ਵੀ ਭਾਈ ਪਾਰੋ ਜੀ ਤੁਹਾਡੀ ਸੋਚ ਬੜੀ ਵਧੀਆ ਹੈ, ਅਸੀਂ ਵੀ ਇਹੋ ਚਾਹੁੰਦੇ ਸਾਂ। ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਫਿਰ ਵੈਸਾਖੀ ਵਾਲਾ ਦਿਨ ਨਿਯਤ ਕੀਤਾ। ਵੈਸਾਖੀ ਵਾਲੇ ਦਿਨ ਸਿੱਖ ਸੰਗਤਾਂ ਇਕੱਠਿਆ ਹੋਇਆ ਕਰਨਗੀਆਂ ਤੇ ਇਕੱਠੇ ਹੋ ਕੇ ਆਪਸ ਵਿੱਚ ਮਿਲ ਕੇ ਪਰਮੇਸ਼ਰ ਦਾ ਭਜਨ ਕਰਿਆ ਕਰਨਗੀਆਂ। ਹੁਕਮਨਾਮੇ ਲਿਖੇ ਗਏ, ਭਾਈ ਪਾਰੋ ਜੀ ਨੇ ਹੁਕਮਨਾਮੇ ਲਿਖਵਾਏ। ਹਜ਼ਾਰਾਂ ਪਿੰਡਾਂ ਦੇ ਵਿੱਚ ਹੁਕਮਨਾਮੇ ਪਹੁੰਚੇ ਵੀ ਸੰਗਤਾਂ ਵਿਸਾਖੀ ਵਾਲੇ ਦਿਨ ਗੁਰੂ ਘਰ ਪਹੁੰਚਣਾ। ਜਥਿਆਂ ਦੇ ਜਥੇ ਪਿੰਡਾਂ ਦੇ ਵਿੱਚ ਤਿਆਰ ਹੋ ਗਏ ਤੇ ਵਿਸਾਖੀ ਵਾਲਾ ਦਿਨ ਉਡੀਕਣ ਲੱਗ ਪਏ, ਕਦੋਂ ਵਿਸਾਖੀ ਹੋਵੇ ਤਾਂ ਅਸੀਂ ਗੁਰੂ ਘਰ ਵਿੱਚ ਜਾਈਏ। ਤੇ ਜਦੋਂ ਵਿਸਾਖੀ ਆਈ, ਵਿਸਾਖੀ ਤੋਂ ਇੱਕ ਦਿਨ ਪਹਿਲਾਂ ਹੀ ਜਥੇ ਪਹੁੰਚਣੇ ਸ਼ੁਰੂ ਹੋ ਗਏ ਤੇ ਗੋਇੰਦਵਾਲ ਸਾਹਿਬ ਬਹੁਤੀ ਵੱਡੀ ਗਿਣਤੀ 'ਚ ਸੰਗਤ ਆਈ ਜੀ। ਕੱਲ ਸਾਰੀ ਕਥਾ ਸੁਣੀ ਤੇ ਵਿਸਾਖੀ ਤੋਂ ਬਾਅਦ ਕੁਝ ਦਿਨ ਹੋ ਗਏ ਅਜੇ ਸੰਗਤਾਂ ਆ ਰਹੀਆਂ ਨੇ। ਇੱਕਦਮ ਇੰਨੀ ਸੰਗਤ ਹੋਲੇ ਮਹੱਲੇ ਤੋਂ ਨਾ ਜੀ ਹਫ਼ਤਾ ਪਹਿਲਾਂ ਹੀ ਆਨੰਦਪੁਰ ਸਾਹਿਬ ਸੰਗਤ ਆਉਣ ਲੱਗ ਪੈਂਦੀ ਜੀ, ਹਫ਼ਤਾ ਪਹਿਲਾਂ ਹੀ ਜੀ, ਤੇ ਹਫ਼ਤਾ ਬਾਅਦ ਵੀ ਆਉਂਦੀ ਰਹਿੰਦੀ ਜੀ। ਮਹਾਰਾਜ ਨੇ ਵੇਖਿਆ ਵੀ ਰਾਮਦਾਸ ਜੀ ਨਹੀਂ ਵੇਖ ਰਹੇ ਕਿਤੇ, ਤੇ ਭਾਈ ਬੱਲੂ ਜੀ ਨੂੰ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ, ਬੱਲੂ ਰਾਮਦਾਸ ਜੀ ਕਿੱਥੇ ਨੇ? ਤੇ ਭਾਈ ਬੱਲੂ ਜੀ ਦੱਸਦੇ, ਮਹਾਰਾਜ ਭਾਵੇਂ ਉਹ ਤੁਹਾਡੇ ਕੋਲ ਨਹੀਂ ਆਉਂਦੇ, ਪਰ ਇਸ ਸਮੇਂ ਉਹ ਸੇਵਾ ਦੀ ਮੂਰਤੀ ਬਣੇ ਹੋਏ ਆ। ਜਿਹੜੀ ਜਿਹੜੀ ਸੇਵਾ ਰਾਮਦਾਸ ਜੀ ਕਰ ਰਹੇ ਹੈ ਸੰਗਤ ਜੀ, ਉਹ ਕੱਲ ਤੁਸੀਂ ਸੁਣੀ। ਲੰਗਰ ਤਿਆਰ ਕਰਨਾ, ਪਾਣੀ ਲੈ ਕੇ ਆਉਣਾ, ਪੁੱਛ ਸੰਗਤਾਂ ਨੂੰ ਪਾਣੀ ਪਿਆਉਣਾ, ਪੱਖਾ ਝੱਲਣਾ, ਹਰ ਇੱਕ ਪ੍ਰੇਮੀ ਨੂੰ ਪੁੱਛਣਾ ਤੈਨੂੰ ਕਿਹੜੇ ਚੀਜ਼ ਦੀ ਲੋੜ ਹੈ। ਬੜੇ ਚਾਅ ਨਾਲ ਸੇਵਾ ਕਰਦੇ ਸੰਗਤ ਜੀ। ਕਈ ਗੁਰਦੁਆਰਾ ਸਾਹਿਬ ਆਉਂਦੇ ਆ, ਸੇਵਾ ਹੁੰਦੀ ਹੈ, ਗੁਰਦੁਆਰੇ ਨੂੰ ਗੁਰਦੁਆਰੇ ਦਾ ਕੰਮ ਜਾਣ ਕੇ ਉਹ ਸੇਵਾ ਕਰਦੇ ਆ। ਪਰ ਕਈ ਜਿਨ੍ਹਾਂ ਤੇ ਰੱਬ ਦੀ ਮਿਹਰ ਹੁੰਦੀ ਹੈ ਨਾ, ਉਹ ਗੁਰਦੁਆਰੇ ਨੂੰ ਗੁਰਦੁਆਰਾ ਨਹੀਂ ਜਾਣਦੇ, ਗੁਰਦੁਆਰੇ ਦੀ ਸੇਵਾ ਨੂੰ ਇੰਨੀ ਜ਼ਿੰਮੇਵਾਰੀ ਦੇ ਨਾਲ ਕਰਦੇ ਆ ਜਿਵੇਂ ਇੱਕ ਪਿਓ ਆਪਣੀ ਧੀ ਦਾ ਵਿਆਹ ਜ਼ਿੰਮੇਵਾਰੀ ਨਾਲ ਕਰਦਾ ਜੀ। ਉਹਨੂੰ ਹਰ ਗੱਲ ਦੀ ਚਿੰਤਾ ਹੁੰਦੀ ਹੈ, ਇਹਨੂੰ ਪੈਸੇ ਦੇਣੇ ਆ, ਇਹ ਕੰਮ ਰਹਿ ਗਿਆ, ਇੰਜ ਕਰਨਾ ਇੰਜ ਕਰਨਾ ਹੈ। ਕਦੀ ਬੱਚੀ ਦੇ ਪਿਤਾ ਨੂੰ ਕਹਿਣਾ ਨਹੀਂ ਪੈਂਦਾ ਕਿ ਤੂੰ ਇਹ ਕੰਮ ਅਜੇ ਤੱਕ ਕੀਤਾ ਨਹੀਂ ਹੈ, ਜਾਂ ਉਹਨੂੰ ਚੇਤਾ ਨਹੀਂ ਕਰਾਉਣਾ ਪੈਂਦਾ। ਬੱਚੀ ਦਾ ਪਿਤਾ ਆਪੇ ਹੀ ਕੰਮ ਕਰਨ ਲੱਗ ਪੈਂਦਾ ਸਾਰੇ ਜੀ। ਗੁਰੂ ਰਾਮਦਾਸ ਜੀ ਗੁਰੂ ਘਰ ਨੂੰ ਆਪਣਾ ਜਾਣ ਕੇ ਸੇਵਾ ਕਰਦੇ ਆ, ਆਪਣਾ ਜਾਣ ਕੇ ਜੀ।
ਉੱਠਦੇ ਸਭ ਤੋਂ ਪਹਿਲਾਂ ਨੇ ਤੇ ਆਰਾਮ ਕਰਨ ਵਾਸਤੇ ਲੇਟਦੇ ਸਭ ਤੋਂ ਐਂਡ ਤੇ ਹੈ ਜੀ। ਤੁਸੀਂ ਵੇਖੋ, ਚਲੋ ਸਾਰੇ ਪ੍ਰੇਮੀ ਵਧੀਆ ਨੇ, ਸਤਿਕਾਰਯੋਗ ਨੇ, ਮੈਂ ਤਰਕ ਨਹੀਂ ਕਰ ਰਿਹਾ, ਪਰ ਕਈ ਪ੍ਰੇਮੀ ਆਉਂਦੇ ਆ, ਕਥਾ ਕੀਰਤਨ ਸੁਣਦੇ ਆ ਤੇ ਸੰਗਤ ਜੀ ਉਹ ਪ੍ਰਸ਼ਾਦਾ ਛਕ ਕੇ ਚਲੇ ਜਾਂਦੇ ਆ। ਪਰ ਕਈ ਪ੍ਰੇਮੀ ਐਸੇ ਹੁੰਦੇ ਆ, ਕਥਾ ਕੀਰਤਨ ਸ਼ੁਰੂ ਹੋਣ ਤੋਂ ਪਹਿਲਾਂ ਆ ਜਾਂਦੇ ਜੀ। ਉਹ ਪਰਮੇਸ਼ਰ ਨੇ ਉਹਨਾਂ ਨੂੰ ਸਮਾਂ ਬਖਸ਼ਿਆ ਜੀ, ਪਹਿਲਾਂ ਆ ਜਾਂਦੇ ਆ ਕੇ ਸਾਰੀ ਵਿਛਾਈ ਕਰਦੇ ਆ, ਸੇਵਾ ਕਰਦੇ ਆ, ਤੇ ਜਦੋਂ ਸਾਰੇ ਚਲੇ ਜਾਂਦੇ ਆ ਨਾ, ਉਹ ਦੇਰ ਰਾਤ ਤੱਕ ਜਾਗ ਕੇ ਭਾਂਡੇ ਮਾਂਜ ਕੇ, ਭਾਂਡੇ ਆਪੋ ਆਪਣੇ ਟਿਕਾਣੇ ਤੇ ਰੱਖ ਕੇ ਫਿਰ ਜਾਂਦੇ ਆ ਜੀ ਆਪਣੇ ਘਰ। ਐਸੇ ਪੁਰਸ਼ ਜੇ ਤੇ ਨਿਸ਼ਕਾਮ ਹੋ ਕੇ ਸੇਵਾ ਕਰਨ ਤੇ ਬੜੀ ਵੱਡੀ ਪ੍ਰਾਪਤੀ ਕਰਦੇ ਆ। ਜਦੋਂ ਮਹਾਰਾਜ ਦੀ ਇਹ ਨਿਸ਼ਕਾਮ ਸੇਵਾ ਸੁਣੀ, ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ, ਦੁਨੀਆ 'ਚ ਸਾਡਾ ਤੇ ਪ੍ਰਤਾਪ ਹੈਗਾ ਹੀ ਹੈ, ਪਰ ਇਹਨਾਂ ਦਾ ਪ੍ਰਤਾਪ ਸਾਡੇ ਤੋਂ ਵੀ ਵੱਡਾ ਹੋਏਗਾ। ਮਹਾਰਾਜ ਕਹਿਣ ਲੱਗੇ, ਗੱਜ ਕੇ ਆਖੋ ਵਾਹਿਗੁਰੂ। ਇਹਨਾਂ ਦਾ ਪ੍ਰਤਾਪ ਸਾਡੇ ਤੋਂ ਵੀ ਵੱਡਾ ਹੋਏਗਾ। ਦੋਵਾਂ ਲੋਕਾਂ ਵਿੱਚ ਜਿਹੜੀ ਸਭ ਤੋਂ ਵੱਡੀ ਉੱਚੀ ਪਦਵੀ ਹੈ ਨਾ, ਉਹ ਇਹਨਾਂ ਨੂੰ ਮਿਲੇਗੀ। ਰਾਮਦਾਸ ਜੀ ਤੇ ਧੰਨ ਹਨ, ਇਹ ਸ਼ਬਦ ਮਹਾਰਾਜ ਨੇ ਆਖਿਆ। ਬੜੀ ਸੇਵਾ ਕਰ ਰਹੇ ਆ ਤੇ ਸੇਵਾ ਕਰਕੇ ਹੀ ਗੁਰੂ ਜੀ ਦੀ ਖੁਸ਼ੀ ਹਾਸਲ ਕਰ ਰਹੇ ਆ। ਬਸ ਗੁਰੂ ਸਾਹਿਬ ਨੂੰ ਖੁਸ਼ ਕਰਨ ਦਾ ਤਰੀਕਾ ਜਿਹੜਾ ਨਾ, ਸਿਮਰਨ ਤੋਂ ਵੀ ਪਹਿਲਾ ਤਰੀਕਾ ਜੀ। ਇੱਕ ਤਾਂ ਸਿਮਰਨ ਹੈ ਨਾ, ਤੇ ਸਿਮਰਨ ਤੋਂ ਪਹਿਲਾ ਜਿਹੜਾ ਤਰੀਕਾ ਹੈ ਉਹ ਹੈ ਗੁਰੂ ਜੀ ਦੀ ਸੇਵਾ ਕਰਨੀ। ਸੋ ਹੁਣ ਆਪਾਂ ਇਹਦੇ ਤੋਂ ਅੱਗੇ ਕਥਾ ਸਰਵਣ ਕਰਨੀ ਹੈ। ਸਾਰੀਆਂ ਸਿੱਖ ਸੰਗਤਾਂ ਗੋਇੰਦਵਾਲ ਸਾਹਿਬ ਆਪਣੀਆਂ ਸੁਰਤੀਆਂ ਲੈ ਕੇ ਚੱਲੋ। ਧੰਨ ਗੁਰੂ ਅਮਰਦਾਸ ਸਾਹਿਬ ਜੀ ਰਹਿਮਤਾਂ ਬਖਸ਼ਿਸ਼ਾਂ ਦਇਆ ਵਰਤਾ ਰਹੇ ਆ। ਅੱਗੋਂ ਹੁਣ ਜੋ ਹੁੰਦਾ ਹੈ ਪ੍ਰੇਮ ਨਾਲ ਸਰਵਣ ਕਰੋ ਜੀ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਿਸ ਦਿਨ ਤੇ ਮੇਲੇ ਕੀ ਰੀਤ, ਕਰੀ ਬਿਦਤ ਗੁਰ ਹੋਏ ਅਬ ਨੀਤ। ਉਸ ਦਿਨ ਤੋਂ ਫਿਰ ਸੱਚੇ ਪਾਤਸ਼ਾਹ ਜੀ ਨੇ ਵਿਸਾਖੀ ਦੇ ਮੇਲੇ ਦੀ ਜਿਹੜੀ ਰੀਤ ਹੈ ਉਹ ਸਾਧ ਸੰਗਤ ਜੀ ਚਲਾਈ। ਵਿਸਾਖੀ ਸ਼ੁਰੂ ਤੋਂ ਹੀ ਗੁਰੂ ਘਰ 'ਚ ਮਨਾਉਂਦੇ ਰਹੇ ਹੈ, ਤੇ 10ਵੇਂ ਪਾਤਸ਼ਾਹ ਨੇ ਵਿਸਾਖੀ ਤੇ ਖਾਲਸਾ ਸਾਜ ਕੇ ਵਿਸਾਖੀ ਦਾ ਰੂਪ ਹੀ ਬਦਲ ਦਿੱਤਾ ਜੀ। ਉਸ ਦਿਨ ਤੋਂ ਮਹਾਰਾਜ ਨੇ ਵਿਸਾਖੀ ਦਾ ਐਲਾਨ ਕੀਤਾ, ਭਾਈ ਵਿਸਾਖੀ ਸਾਰੇ ਗੁਰੂ ਘਰ ਮਨਾਇਆ ਕਰਨਗੇ। ਹਾਂਜੀ, ਇਕ ਪ੍ਰਭਾਉ ਸਤਿਗੁਰ ਵਡਿਆਈ। ਗੁਰੂ ਸਾਹਿਬ ਦਾ ਬੜਾ ਵੱਡਾ ਪ੍ਰਭਾਵ, ਗੁਰੂ ਸਾਹਿਬ ਮਹਾਰਾਜ ਜੀ ਦਾ ਇੰਨਾ ਵੱਡਾ ਪ੍ਰਭਾਵ, ਇੰਨੀ ਵੱਡੀ ਵਡਿਆਈ। ਲੱਖਾਂ ਸੰਗਤਾਂ ਆਈਆਂ, ਇੰਨੀ ਵੱਡੀ ਵਡਿਆਈ ਦੇਖ ਕੇ ਨਿੰਦਕ ਦੁਸ਼ਟ ਮਹਾ ਦੁਖ ਪਾਈ। ਉਹ ਜਿਹੜੇ ਨਿੰਦਕ ਨੇ ਨਾ, ਨਿੰਦਕ ਦੁਸ਼ਟ ਬਿਰਤੀ ਦੇ ਲੋਕ, ਉਹਨਾਂ ਨੂੰ ਬੜਾ ਦੁੱਖ ਹੋਇਆ ਜੀ। ਹੈ ਇਹਨਾਂ ਦੀ ਇੰਨੀ ਵੱਡੀ ਵਡਿਆਈ ਕਿਉਂ ਹੋ ਰਹੀ ਹੈ? ਹਾਂਜੀ, ਮੇਲਾ ਵਿਛੁਰੇ ਪੁਰ ਪੁਰ ਗਏ। ਸਮੇਂ ਦੇ ਨਾਲ ਮੇਲਾ ਵਿਛੜ ਗਿਆ। ਸੰਗਤਾਂ ਆਪੋ ਆਪਣੀਆਂ ਪੁਰੀਆਂ ਵਿੱਚ ਚਲੇ ਗਈਆਂ ਜੀ, ਆਪੋ ਆਪਣੇ ਨਗਰਾਂ 'ਚ ਚਲੇ ਗਈਆਂ। ਹਾਂਜੀ, ਗੁਰੂ ਬਿਰਤਾਂਤ ਸੁਨਾਵਤ ਭਏ। ਤੇ ਸੰਗਤਾਂ ਘਰਾਂ ਵਿੱਚ ਜਾ ਕੇ, ਨਗਰਾਂ ਵਿੱਚ ਜਾ ਕੇ ਦੱਸਦੀਆਂ, ਪਿਆਰਿਓ ਗੋਇੰਦਵਾਲ ਸਾਹਿਬ ਵਿਸਾਖੀ ਤੇ ਦਰਸ਼ਨ ਕਰਕੇ ਆਏ, ਬੜਾ ਵੱਡਾ ਲੰਗਰ, ਬੜੀਆਂ ਸੰਗਤਾਂ, ਬੜਾ ਵੱਡਾ ਪ੍ਰਤਾਪ ਗੁਰੂ ਜੀ ਦਾ। ਹਾਂਜੀ, ਪੰਥ ਨਵੀਨ ਪ੍ਰਕਾਸ਼ਨ ਕਰਿਓ। ਗੁਰੂ ਅਮਰਦਾਸ ਸਾਹਿਬ ਜੀ ਨੇ ਐਸਾ ਨਵਾਂ ਪੰਥ ਇੱਕ ਚਲਾਇਆ ਸੱਚੇ ਪਾਤਸ਼ਾਹ ਜੀ ਨੇ, ਭੇਦ ਵਰਨ ਜਾਤੀ ਪਰ ਹਰਿਓ। ਜਿੱਥੇ ਕੋਈ ਜਾਤ ਦਾ ਭੇਦ ਭਾਵ ਨਹੀਂ ਹੈਗਾ, ਕਿਸੇ ਵੀ ਜਾਤ ਦਾ ਬੰਦਾ ਆ ਸਕਦਾ ਹੈ। ਮੇਲੇ ਤੇ ਇਕੱਠ ਤੇ ਬ੍ਰਾਹਮਣਾਂ ਦੇ ਵੀ ਹੁੰਦੇ ਸੀਗੇ, ਪਰ ਸ਼ੂਦਰ ਨੂੰ ਅੰਦਰ ਆਉਣ ਦਾ ਹੁਕਮ ਨਹੀਂ ਸੀ ਹੁੰਦਾ ਜੀ। ਤੇ ਗੁਰੂ ਸਾਹਿਬ ਨੇ ਕੀ ਕੀਤਾ? ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼ ਇੱਕ ਪੰਗਤ ਵਿੱਚ ਬਿਠਾ ਦਿੱਤੇ ਜੀ। ਸੰਗਤਾਂ ਆਪਸ ਵਿੱਚ ਬਚਨ ਕਰਦੀਆਂ, ਭਾਈ ਮਹਾਰਾਜ ਨੇ ਸਾਰਾ ਜਾਤਾਂ ਦਾ ਭੇਦਭਾਵ ਮੁਕਾ ਦਿੱਤਾ। ਹਾਂਜੀ,
ਚਤੁਰ ਬਰਨ ਇਕ ਦੇਗ ਆਹਾਰਾ। ਖੱਤਰੀ ਬ੍ਰਾਹਮਣ ਸੂਦ ਵੈਸ ਚਾਰੇ ਜਿਹੜੇ ਵਰਨ ਹੈ ਨਾ, ਇੱਕੋ ਥਾਂ ਬਹਿ ਕੇ ਪ੍ਰਸ਼ਾਦਾ ਛਕਦੇ ਆ, ਇੱਕੋ ਜਗ੍ਹਾ ਬੈਠ ਕੇ। ਹਾਂਜੀ। ਇਕ ਸਮ ਸੇਵਹਿ ਧਰ ਔਰ ਪਿਆਰਾ। ਤੇ ਇੱਕੋ ਉਹਨਾਂ ਦਾ ਪੂਜਾ ਕਰਨ ਦਾ ਤਰੀਕਾ, ਬਾਣੀ ਪੜ੍ਹਦੇ ਆ ਸਾਰੇ। ਨਹੀਂ ਤੇ ਸਾਧ ਸੰਗਤ ਬ੍ਰਾਹਮਣ ਦਾ ਪੂਜਾ ਦਾ ਤਰੀਕਾ ਵੱਖਰਾ ਸੀ, ਖੱਤਰੀ ਦਾ ਵੱਖਰਾ ਹੁੰਦਾ ਸੀਗਾ, ਵੈਸ਼ ਦਾ ਵੱਖਰਾ, ਤੇ ਸ਼ੂਦਰ ਨੂੰ ਤੇ ਪੂਜਾ ਕਰਨ ਦਾ ਅਧਿਕਾਰ ਹੀ ਨਹੀਂ ਸੀ ਹੈਗਾ ਜੀ। ਸੰਗਤਾਂ ਕਹਿੰਦੀਆਂ ਸਾਰੇ ਇੱਕੋ ਤਰ੍ਹਾਂ ਹੀ ਭਜਨ ਕਰਦੇ, ਸਿਮਰਨ ਕਰਦੇ ਆ। ਚਰਨਾ ਅੰਮ੍ਰਿਤ ਕੋ ਦੇ ਸਿੱਖ ਕਰੈ। ਮਹਾਰਾਜ ਸਾਰਿਆਂ ਨੂੰ ਆਪਣੇ ਚਰਨਾਂ ਦਾ ਅੰਮ੍ਰਿਤ ਦੇ ਕੇ ਸਿੱਖ ਬਣਾਉਂਦੇ ਆ। ਹਾਂਜੀ। ਵਾਹਿਗੁਰੂ ਸਿਮਰਹਿ ਹਿਤ ਧਰੈ। ਤੇ ਉਪਦੇਸ਼ ਵੀ ਇੱਕੋ ਹੀ ਹੈ, ਮੰਤਰ ਵੀ ਇੱਕੋ ਹੀ ਹੈ ਚਾਰੇ ਵਰਨਾਂ ਵਾਸਤੇ। ਉਹ ਕੀ ਹੈ? ਉਹ ਹੈ ਵਾਹਿਗੁਰੂ। ਜਪੋ ਸਾਰੇ ਵਾਹਿਗੁਰੂ। ਸੰਗਤਾਂ ਘਰਾਂ ਘਰਾਂ ਵਿੱਚ ਜਾ ਕੇ ਗੱਲਾਂ ਸੁਣਾ ਰਹੀਆਂ। ਭਾਈ ਮਹਾਰਾਜ ਨੇ ਸਾਰਿਆਂ ਨੂੰ ਵਾਹਿਗੁਰੂ ਜਪਣ ਦਾ ਹੁਕਮ ਕੀਤਾ। ਸੰਗਤ ਜੀ, ਜਿਹੜਾ ਸ਼ੂਦਰ ਸੀ ਨਾ, ਉਹ ਕੋਈ ਮੰਤਰ ਨਹੀਂ ਸੀ ਜਪ ਸਕਦਾ ਜੀ। ਜੇ ਸ਼ੂਦਰ ਕਿਤੇ ਕੋਈ ਮੰਤਰ ਸੁਣ ਲੈਂਦਾ ਨਾ ਕਿਸੇ ਕੋਲੋਂ, ਤੇ ਉਸ ਸਮੇਂ ਦੀ ਸਰਕਾਰ ਕੀ ਕਰਦੀ ਸੀ? ਲੋਹਾ ਪਿਘਲਾ ਕੇ, ਗਰਮ ਗਰਮ ਲੋਹਾ ਜਾਂ ਉਦੋਂ ਦੀ ਧਾਤੂ ਜਿਹੜੀ ਸੀਗੀ, ਗਰਮ ਗਰਮ ਪਿਘਲਾ ਕੇ ਉਹਦੇ ਕੰਨ 'ਚ ਪਾ ਕੇ ਉਹਨੂੰ ਸਦਾ ਵਾਸਤੇ ਬੋਲਾ ਕਰ ਦਿੰਦੀ ਸੀਗੀ ਜੀ। ਕਿੰਨਾ ਅਤਿਆਚਾਰ ਜੀ। ਤੇ ਹੁਣ ਸੰਗਤਾਂ ਤਾਰੀਫਾਂ ਕਰਦੀਆਂ ਗੁਰੂ ਜੀ ਦੀਆਂ। ਹਾਂਜੀ। ਸੁਨ ਖੱਤਰੀ ਦੇ ਜਗਨ ਅਗਿਆਨੀ। ਉਹ ਹੁਣ ਖੱਤਰੀ ਤੇ ਬ੍ਰਾਹਮਣ ਜਿਹੜੇ ਈਰਖਾਲੂ ਹੈ, ਉਹਨਾਂ ਸੋਚਿਆ ਵੀ ਲੋਕਾਂ ਤੇ ਸਾਡੇ ਕੋਲ ਆਉਣਾ ਬੰਦ ਕਰ ਦੇਣਾ। ਹਾਂਜੀ। ਪਰਮ ਅਭਗਤ ਜਾਤ ਅਭਿਮਾਨੀ। ਤੇ ਉਹ ਅਭਿਮਾਨੀ ਹੈ ਜਾਤ ਦੇ ਜੀ। ਗੁਰੂ ਜੀ ਨੇ ਤੇ ਬਰਾਬਰ ਕੀਤਾ ਜੀ। ਅੱਜ ਵੀ ਜਿਹਦੀ ਥੋੜੀ ਬਹੁਤੀ ਉੱਚੀ ਜਾਤ ਹੈ, ਉਹ ਦੂਜੇ ਨੂੰ ਟਿੱਚ ਜਾਣਦਾ ਜੀ। ਸਤਿਗੁਰੂ ਜੀ ਨੇ ਤੇ ਕੱਢਿਆ, ਪਰ ਸਾਡੇ ਮਨਾਂ ਚੋਂ ਨਹੀਂ ਗੱਲ ਨਿਕਲੀ। ਤੇ ਮੈਨੂੰ ਮਾਫ ਕਰਿਓ, ਮੈਂ ਸਿੱਧੀ ਜੀ ਗੱਲ ਕਹਿਣ ਲੱਗਾ। ਇਹ ਜੱਟ ਹੈ, ਇਹ ਕਮੋਹ ਹੈ, ਇਹ ਨਾਈ ਹੈ, ਇਹ ਚਿੰਬਾ ਹੈ। ਅੱਜ ਵੀ ਅਸੀਂ ਇਹਨਾਂ ਗੱਲਾਂ 'ਚ ਫਸੇ ਹੋਏ ਹਾਂ। ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਾਰੇ ਜਸ ਕਰਦੇ ਸਾਰੇ, ਪਰ ਬ੍ਰਾਹਮਣ ਜਿਹੜੇ ਉਹ ਈਰਖਾ ਕਰਨ ਲੱਗ ਪਏ ਸੁਣ ਕੇ ਜੀ। ਹਾਂਜੀ। ਜਰਹਿ ਨਾ ਗੁਰ ਕੀ ਸਿਫਤ ਉਦਾਰਾ। ਉਹ ਅਸਲ ਵਿੱਚ ਮਹਾਰਾਜ ਦੀ ਸਿਫਤ ਨਹੀਂ ਸੀ ਜਰਦੇ ਜੀ। ਉਹ ਕੀ ਚਾਹੁੰਦੇ ਸੀ? ਸਾਡੀ ਸਿਫਤ ਹੋਵੇ, ਸਾਡੀ ਵਡਿਆਈ ਹੋਵੇ। ਕਹੈ ਸੋ ਕਿਆ ਪਰਪੰਚ ਪਸਾਰਾ। ਤੇ ਈਰਖਾਲੂ ਜਿਹੜਾ ਬੰਦਾ ਹੁੰਦਾ ਨਾ ਜੀ, ਉਹ ਅੰਦਰੋਂ ਆਪੇ ਹੀ ਗੱਲਾਂ ਕੱਢਣ ਲੱਗ ਪੈਂਦਾ ਜੀ। ਬ੍ਰਾਹਮਣ ਕਹਿਣ ਲੱਗੇ ਜੀ, ਵੇਖੋ ਐਵੇਂ ਝੂਠਾ ਜਿਹਾ ਹੀ ਵਿਖਾਵਾ ਬਣਾਇਆ, ਇਹ ਵੀ ਕੋਈ ਗੱਲ ਹੈਗੀ ਆ? ਕਹਿੰਦੇ ਹਾਂਜੀ। ਇੱਕ ਦਿਨ ਮਿਲ ਸਭ ਮਸਲਤ ਕਰੀ। ਇੱਕ ਦਿਨ ਸਾਰੇ ਹੀ ਬ੍ਰਾਹਮਣ ਇਕੱਠੇ ਹੋ ਗਏ ਜੀ, ਤੇ ਸਾਰੇ ਬ੍ਰਾਹਮਣ ਇਕੱਠੇ ਹੋ ਕੇ ਮੀਟਿੰਗ ਕੀਤੀ ਜੀ ਉਹਨਾਂ ਨੇ। ਹਾਂਜੀ। ਇਹ ਤੋ ਰੀਤ ਬੁਰੀ ਜਗ ਪਰੀ। ਉਹ ਕਹਿਣ ਲੱਗੇ ਤੇ ਬੜਾ ਮਾੜਾ ਕੰਮ ਜਗਤ ਵਿੱਚ ਸ਼ੁਰੂ ਹੋ ਗਿਆ। ਹਾਂਜੀ। ਅਬ ਤਿਜ ਕੋ ਨਹਿ ਮਾਨਹਿ ਕੋਏ। ਹੁਣ ਬ੍ਰਾਹਮਣ ਨੂੰ ਤੇ ਮੰਨੇਗਾ ਹੀ ਕੋਈ ਨਹੀਂ, ਬ੍ਰਾਹਮਣ ਦੀ ਤੇ ਪੂਜਾ ਨਹੀਂ ਹੋਏਗੀ। ਹਾਂਜੀ। ਖੱਤਰੀ ਧਰਮ ਨਸ਼ਟ ਸਭ ਹੋਏ। ਖੱਤਰੀ ਧਰਮ ਵੀ ਹੌਲੀ ਹੌਲੀ ਮੁੱਕ ਜਾਵੇਗਾ। ਹਾਂਜੀ। ਚਤੁਰ ਬਰਨ ਕੋ ਇੱਕ ਮਤ ਕਰਿਓ। ਕਿਉਂ? ਚਾਰੇ ਜਾਤਾਂ ਗੁਰੂ ਨੇ ਇੱਕ ਕਰ ਦਿੱਤੀਆਂ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਗੁਰੂ ਮਿਹਰ ਕਰੇ, ਬਖਸ਼ ਲਵੇ। ਭਗਤ ਕਬੀਰ ਜੀ ਕਹਿੰਦੇ, ਰੱਬਾ ਚੰਗਾ ਹੋਇਆ ਮੈਨੂੰ ਨੀਵੀਂ ਜਾਤ 'ਚ ਜਨਮ ਦਿੱਤਾ ਈ। ਕਿਉਂ? ਨਹੀਂ ਤੇ ਮੈਂ ਵੀ ਉੱਚੀ ਜਾਤ ਦਾ ਹੰਕਾਰ ਕਰੀ ਜਾਣਾ ਸੀ। ਕਹਿੰਦੇ ਬ੍ਰਾਹਮਣ ਬੜੇ ਤੰਗ ਹੋ ਰਹੇ ਜੀ। ਹਾਂਜੀ। ਭ੍ਰਸ਼ਟ ਹੋਏ ਜਗ ਧਰਮ ਪਰ ਹਰਿਓ। ਉਹ ਵੇਖ, ਉਹ ਕਹਿਣ ਲੱਗੇ ਇਹਦੇ ਤੇ ਜਗਤ ਦਾ ਧਰਮ ਭ੍ਰਿਸ਼ਟ ਹੋ ਜਾਏਗਾ। ਹਾਂਜੀ। ਇੱਕ ਥਲ ਭੋਜਨ ਸਭ ਕੋ ਖਾਈ। ਇਹ ਕੋਈ ਗੱਲ ਹੈਗੀ ਹੈ? ਇੱਕ ਬੰਨੇ ਬ੍ਰਾਹਮਣ ਬੈਠਾ ਹੋਵੇ, ਲਾਗੇ ਸ਼ੂਦਰ ਬਹਿ ਕੇ ਭੋਜਨ ਛਕੇ, ਇਹ ਗੱਲ ਹੈਗੀ? ਕਹਿੰਦੇ ਕੋਈ।
ਹਾਂਜੀ ਸ਼ੰਕਰ ਬਰਨ ਪ੍ਰਜਾ ਅਬ ਭਈ। ਇਹ ਤੇ ਸਾਰਾ ਕੁਝ ਰਲ ਮਿਲ ਗਿਆ, ਕਹਿੰਦੇ ਰਲ ਮਿਲ ਗਿਆ। ਤੇ ਸੰਗਤ ਜੀ ਜਦੋਂ ਰਲ ਮਿਲ ਗਿਆ ਤੇ ਫਿਰ ਬ੍ਰਾਹਮਣ ਦੀ ਵਡਿਆਈ ਕਿੱਥੋਂ ਰਹੇਗੀ ਜੀ। ਹਾਂਜੀ ਦੇਵ ਪਿਤਰ ਕੀ ਮਨਤਾ ਛੋਰੀ। ਨਾਲੇ ਗੁਰੂ ਸਾਹਿਬ ਨੇ ਦੇਵਤਿਆਂ ਦੀ ਤੇ ਪਿਤਰਾਂ ਦੀ ਮੰਨਤਾ ਛੱਡ ਦਿੱਤੀ ਹੈ ਵੀ ਦੇਵਤਿਆਂ ਨੂੰ ਪਿਤਰਾਂ ਨੂੰ ਨਹੀਂ ਮੰਨਣਾ, ਅਕਾਲ ਪੁਰਖ ਨੂੰ ਮੰਨਣਾ ਹੈ ਜਿਨੇ ਦੇਵਤੇ ਬਣਾਏ ਆ। ਹਾਂਜੀ ਸਭ ਮਰਿਆਦ ਜਗਤ ਕੀ ਤੋਰੀ। ਜਗਤ ਦੀਆਂ ਤੇ ਮਰਿਆਦਾ ਐਵੇਂ ਹੀ ਟੁੱਟ ਗਈਆਂ ਨੇ ਸਾਰੀਆਂ। ਹਾਂਜੀ ਅਬ ਉਪਾਏ ਇੱਕ ਕਰਨ ਪੁਕਾਰ। ਤੇ ਹੁਣ ਨਾ ਉਹ ਕਹਿਣ ਲੱਗੇ ਹੁਣ ਇੱਕੋ ਹੀ ਉਪਾਅ ਆ ਕਿ ਗੁਰੂ ਅਮਰਦਾਸ ਜੀ ਦੀ ਸ਼ਿਕਾਇਤ ਕਰੀਏ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ ਬਰਜਹਿ ਪਾਤਸ਼ਾਹ ਇਸ ਢਾਰ। ਤੇ ਸ਼ਿਕਾਇਤ ਕਿਹਨੂੰ ਕਰਨੀ ਜੀ? ਅਕਬਰ ਨੂੰ। ਵੀ ਅਕਬਰ ਗੁਰੂ ਅਮਰਦਾਸ ਜੀ ਨੂੰ ਮਨਾ ਕਰੇਗਾ, ਉਹ ਹਟਾਵੇਗਾ। ਹਾਂਜੀ ਇਮ ਮਸਲਤ ਕਰ ਇਕੱਠੈ ਹੁਵੈ ਕੈ। ਦਿਜ ਖਤਰੀ ਮੁਖ ਅਤ ਦੁਖ ਪੈ ਤੇ ਕੈ। ਆਪਣੇ ਮੁਖ ਬੜੇ ਦੁਖੀ ਬਣਾ ਕੇ ਜਿੰਨੇ ਖੱਤਰੀ ਤੇ ਬ੍ਰਾਹਮਣ ਸਨ ਨਾ ਉਹ ਸਾਰੇ ਇਕੱਠੇ ਹੋ ਕੇ ਲਵਪੁਰ ਗਏ ਫਿਰਾਦੀ ਸਾਰੇ। ਤੇ ਉਦੋਂ ਲਾਹੌਰ ਦੇ ਵਿੱਚ ਗਏ ਜੀ। ਕਈ ਕਾਬਲ ਦਾ ਵੀ ਜ਼ਿਕਰ ਕਰਦੇ ਆ ਪਰ ਕਵੀ ਸੰਤੋਖ ਸਿੰਘ ਲਾਹੌਰ ਦਾ ਜ਼ਿਕਰ ਕਰ ਰਹੇ ਆ। ਸਭ ਖੱਤਰੀ ਤੇ ਬ੍ਰਾਹਮਣ ਲਾਹੌਰ ਪਹੁੰਚ ਗਏ। ਹਾਂਜੀ ਟਿਗ ਅਕਬਰ ਕੇ ਜਾਏ ਪੁਕਾਰੇ। ਤੇ ਅਕਬਰ ਦੇ ਦਰਬਾਰ ਵਿੱਚ ਜਾ ਕੇ ਉੱਚੀ ਉੱਚੀ ਤਰਾਹੀ ਮਾਮ ਕਹਿਣ ਲੱਗ ਪਏ। ਹਾਂਜੀ ਤੁਮ ਮਰਿਆਦਾ ਰੱਖਨ ਹਾਰੇ। ਤੇ ਵੇਖ ਲੋ ਕਿੱਡੇ ਇਹ ਸ਼ੈਤਾਨ ਹੈਗੇ ਆ ਜੀ। ਗੱਜ ਕੇ ਆਖੋ ਵਾਹਿਗੁਰੂ। ਅਕਬਰ ਮੁਸਲਮਾਨ ਹੈ, ਇਹ ਬ੍ਰਾਹਮਣ ਨੇ ਜੀ। ਹਾਂਜੀ ਉਂਝ ਭਾਵੇਂ ਗਾਲਾਂ ਕੱਢਦੇ ਹੋਣ ਜੀ ਉਹਨੂੰ, ਪਰ ਅਕਬਰ ਦੇ ਸਾਹਮਣੇ ਜਾ ਕੇ ਕਹਿਣ ਲੱਗੇ ਜੀ ਤੁਸੀਂ ਮਰਜ਼ਾਦਾ ਰੱਖਣੀ ਹੈ, ਤੁਸੀਂ ਬਾਦਸ਼ਾਹ ਹੋ ਸਾਡੇ ਦੇਸ਼ ਦੇ। ਹਾਂਜੀ ਬਿਗਰਤ ਕੋ ਜਗ ਦੇਤ ਸੁਧਾਰੇ। ਜੇ ਕੋਈ ਕੰਮ ਵਿਗੜ ਜਾਵੇ ਤੇ ਸੁਧਾਰਨਾ ਵੀ ਤੇ ਤੁਸੀਂ ਹੈ। ਹਾਂਜੀ ਗੋਇੰਦਵਾਲ ਅਮਰ ਗੁਰ ਹੋਵਾ। ਅਕਬਰ ਪੁੱਛਦਾ ਹੈ ਵੀ ਦੱਸੋ ਕੀ ਕੰਮ ਹੈ। ਤੇ ਬ੍ਰਾਹਮਣ ਤੇ ਖੱਤਰੀ ਕਹਿਣ ਲੱਗੇ ਜੀ ਗੋਇੰਦਵਾਲ ਨਗਰ ਵਿੱਚ ਨਾ ਇੱਕ ਗੁਰੂ ਹੈ, ਸਤਿਗੁਰੂ ਜੀ ਦਾ ਨਾਮ ਲਿਆ ਜੀ ਉਹਨਾਂ ਨੇ। ਹਾਂਜੀ ਭੇਦ ਬਰਨ ਚਾਰੋਂ ਕਾ ਖੋਵਾ। ਤੇ ਉਹਨਾਂ ਨਵਾਂ ਹੀ ਕੰਮ ਸ਼ੁਰੂ ਕੀਤਾ। ਅਕਬਰ ਕਹਿੰਦਾ ਕੀ ਸ਼ੁਰੂ ਕੀਤਾ? ਕਹਿਣ ਲੱਗੇ ਜੀ ਉਹਨਾਂ ਜਾਤ ਪਾਤ ਸਾਰੀ ਇੱਕ ਕਰ ਦਿੱਤੀ ਹੈ, ਸਭ ਭੇਦ ਹੀ ਮਿਟਾ ਦਿੱਤੇ। ਹਾਂਜੀ ਰਾਮ ਗਾਇਤਰੀ ਮੰਤਰ ਨਾ ਜਪੈ। ਹੁਣ ਕੋਈ ਰਾਮ ਗਾਇਤਰੀ ਨਹੀਂ ਜਪਦਾ ਉੱਥੇ। ਹਾਂਜੀ ਵਾਹਿਗੁਰੂ ਕੀ ਥਾਪਨ ਥਪੈ। ਤੇ ਉੱਥੇ ਇਕੱਠੇ ਹੋ ਕੇ ਨਾ ਸਾਰੇ ਤੇ ਵਾਹਿਗੁਰੂ 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 ਇਹ ਜਾਪ ਜਪਦੇ ਆ। ਹਾਂਜੀ ਜੁਗ ਚਾਰੋਂ ਮਹਿ ਕਹੀ ਨਾ ਹੋਈ। ਕਹਿਣ ਲੱਗੇ ਚਾਰਾਂ ਯੁੱਗਾਂ ਵਿੱਚ ਅਸੀਂ ਤੇ ਕਦੀ ਵਾਹਿਗੁਰੂ ਨਾਮ ਨਹੀਂ ਸੁਣਿਆ। ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਕਹਿੰਦੇ ਜੀ ਅਸੀਂ ਤੇ ਕਦੀ ਵਾਹਿਗੁਰੂ ਨਾਮ ਨਹੀਂ ਸੁਣਿਆ। ਹਾਂਜੀ ਜਿਮ ਮਰਿਆਦ ਬਿਗਾਰੀ ਸੋਈ। ਚਾਰੇ ਯੁੱਗਾਂ ਵਿੱਚ ਬ੍ਰਾਹਮਣ ਰਿਹਾ ਤੇ ਸ਼ੂਦਰ ਰਿਹਾ, ਪਰ ਇਹਨਾਂ ਨੇ ਆ ਕੇ ਤੇ ਸਾਰੇ ਇੱਕ ਬਰਾਬਰ ਕਰ ਦਿੱਤੇ ਹੈ। ਹਾਂਜੀ ਸ਼ਰੁਤ ਸਿਮਰਤ ਕੇ ਰਾਹੋ ਨਾ ਚਾਲੇ। ਫਿਰ ਉਹ ਸ਼ਰੁਤੀਆਂ ਨੂੰ ਨਹੀਂ ਮੰਨਦੇ, ਸਿਮਰਤੀਆਂ ਨੂੰ ਨਹੀਂ ਮੰਨਦੇ। ਹਾਂਜੀ ਮਨ ਕੋ ਮਤ ਕਰ ਪਏ ਨਿਰਾਲੇ। ਤੇ ਆਪਣੇ ਮਨ ਦੀ ਮਤ ਅਨੁਸਾਰ ਨਾ ਦੁਨੀਆ ਤੋਂ ਵੱਖਰੇ ਹੋ ਗਏ ਹੈ, ਦੁਨੀਆ ਤੋਂ ਵੱਖਰੇ ਹੋ ਗਏ ਹੈ। ਹਾਂਜੀ ਹਮਰੀ ਕਰਹੁ ਅਦਾਲਤ ਇਹੀ। ਅਸੀਂ ਹੁਣ ਤੁਹਾਡੀ ਅਦਾਲਤ ਵਿੱਚ ਆਏ ਆ। ਹਾਂਜੀ ਦ੍ਰਿੜ ਹੋਏ ਧਰਮ ਸਵਰਾਜ ਬਰਦੇਹੀ। ਤਾਂ ਕਿ ਸਾਡਾ ਧਰਮ ਬਣਿਆ ਰਵੇ, ਬ੍ਰਾਹਮਣ ਦਾ ਸਤਿਕਾਰ ਬਣੇ। ਵੇਖ ਲਓ ਕਮਾਲ ਦੀ ਗੱਲ ਹੈ, ਬੰਦੇ ਨੂੰ ਬੰਦੇ ਲਾਗੇ ਨਹੀਂ ਬੈਠਣ ਦੇਣਾ, ਇਹ ਧਰਮ ਹੈਗਾ ਜੀ। ਹਾਂਜੀ ਇਹਨੂੰ ਉਹ ਧਰਮ ਮੰਨਦੇ ਜੀ। ਹਾਂਜੀ ਪਸਰ ਜਾਏ ਸਭ ਜਗਤ ਬੇਸਾਲਾ। ਸਾਰੇ ਜਗਤ ਵਿੱਚ ਨਹੀਂ ਤੇ ਇਹ ਮਰਿਆਦਾ ਫੈਲ ਜਾਣੀ ਤੇ
ਹਾਂਜੀ। ਪੁਨ ਮੁਸ਼ਕਲ ਇਹੋ ਟਲਹਿ ਨਾ ਟਾਲਾ। ਫਿਰ ਜਦੋਂ ਵੱਧ ਗਈ ਫਿਰ ਰੁਕਣੀ ਨਹੀਂ ਹੈ। ਅਕਬਰ ਬੜੇ ਧਿਆਨ ਨਾਲ ਗੱਲ ਸੁਣਦਾ ਜੀ। ਹਾਂਜੀ। ਸੁਨ ਅਕਬਰ ਨੇ ਦੀਨ ਦਿਲਾਸਾ। ਤੇ ਅਕਬਰ ਉਹਨਾਂ ਨੂੰ ਦਿਲਾਸਾ ਦਿੰਦਾ ਜੀ। ਹਾਂਜੀ। ਕਰਹੁ ਨਿਆਉ ਰੱਖੋ ਪਰਵਾਸਾ। ਕਹਿੰਦਾ ਕੋਈ ਗੱਲ ਨਹੀਂ, ਮੈਂ ਨਿਆਂ ਕਰਾਂਗਾ, ਤੁਸੀਂ ਮੇਰੇ ਤੇ ਭਰੋਸਾ ਰੱਖੋ। ਇਸ ਤਰ੍ਹਾਂ ਅਕਬਰ ਨੇ ਕਹਿ ਦਿੱਤਾ। ਹੁਣ ਉਹ ਕੀ ਕਰਦਾ? ਉਹ ਤੁਹਾਨੂੰ ਪਤਾ ਮੰਤਰੀਆਂ ਨੂੰ ਸਾਰਿਆਂ ਦੀ ਗੱਲ ਸੁਣਨੀ ਪੈਂਦੀ ਹੈ। ਉਹ ਕਹਿੰਦਾ ਕੋਈ ਨਹੀਂ, ਮੈਂ ਨਿਆਂ ਕਰਾਂਗਾ। ਹਾਂਜੀ। ਤਿੰਨ ਕੋ ਇਸ ਥਲ ਲੇਹ ਬੁਲਾਈ। ਬ੍ਰਾਹਮਣ ਪੁੱਛਦੇ ਕੀ ਕਰੋਗੇ? ਅਕਬਰ ਕਹਿੰਦਾ ਮੈਂ ਉਹਨਾਂ ਨੂੰ ਬੁਲਾਵਾਂਗਾ ਇੱਥੇ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਸਭ ਬਿਦ ਬੂਝਹਿ ਵਿੱਚ ਸਮੁਦਾਈ। ਤੇ ਸਾਰੀ ਸਭਾ ਦੇ ਵਿੱਚ ਬੁਲਾ ਕੇ ਮੈਂ ਉਹਨਾਂ ਨੂੰ ਉਹਨਾਂ ਦੇ ਧਰਮ ਦੀ ਮਰਿਆਦਾ ਪੁੱਛਾਂਗਾ। ਸ਼੍ਰੀ ਗੁਰੂ ਅਮਰਦਾਸ ਜੀ ਨੂੰ ਬੁਲਾਉਣ ਦੀ ਗੱਲ ਕਰਦਾ ਜੀ ਉਹ। ਹਾਂਜੀ। ਆਪਣੀ ਬਾਤ ਤਬਹਿ ਤੁਮ ਕਹੋ। ਫਿਰ ਜਦੋਂ ਉਹ ਆਉਣਗੇ ਨਾ, ਉਹਨਾਂ ਦੇ ਸਾਹਮਣੇ ਖਲੋ ਕੇ ਤੁਸੀਂ ਆਪਣੀ ਗੱਲ ਕਹਿਓ। ਹਾਂਜੀ। ਦੋਨੋਂ ਕੀ ਸੁਨ ਹੈ ਜਿਮ ਲਹੋ। ਤੇ ਫਿਰ ਦੋਨਾਂ ਦੀਆਂ ਗੱਲਾਂ ਮੈਂ ਸੁਣ ਕੇ ਨਿਆਂ ਕਰ ਦਿਆਂਗਾ। ਹੁਣ ਅਕਬਰ ਨੂੰ ਨਹੀਂ ਪਤਾ ਕਿੱਥੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਆਪ ਰੱਬ ਜੀ। ਹਾਂਜੀ। ਆਪ ਪਰਮੇਸ਼ਰ ਸੱਚੇ ਪਾਤਸ਼ਾਹ ਤੇ ਇੱਕ ਦੁਨਿਆਵੀ ਝੂਠੀ ਅਦਾਲਤ ਵਿੱਚ ਸੱਚੇ ਪਾਤਸ਼ਾਹ ਨੇ ਆਉਣਾ ਜੀ। ਹਾਂਜੀ। ਝੂਠ ਸਾਚ ਤਬ ਕਰਹਿ ਨਿਤਾਰਾ। ਅਕਬਰ ਕਹਿਣ ਲੱਗਾ ਫਿਰ ਝੂਠ ਤੇ ਸੱਚ ਦਾ ਨਿਸਤਾਰਾ ਹੋ ਜਾਏਗਾ। ਈਰਖਾਲੂ ਬੰਦਾ ਨਾ ਜੀ ਜਿਹੜਾ, ਉਹ ਟਿਕ ਕੇ ਨਹੀਂ ਬਹਿੰਦਾ ਤੇ ਪੁਕਾਰਾਂ ਕਰਨ ਨੂੰ ਤਿਆਰ ਹੁੰਦਾ ਜੀ। ਈਰਖਾਲੂ ਬੰਦਾ ਆਪੇ ਹੀ ਸ਼ਿਕਾਇਤਾਂ ਲਾਈ ਜਾਏਗਾ ਜੀ। ਦੂਜਾ ਤੇ ਸ਼ਾਂਤ ਬੈਠਾ ਚੁੱਪ ਹੈ ਜੀ। ਹਾਂਜੀ। ਸੁਨ ਕੇ ਸਭ ਸੰਵਾਦ ਤੁਮਾਰਾ। ਤੇ ਅਕਬਰ ਕਹਿਣ ਲੱਗਾ ਵੀ ਮੈਂ ਸੁਣਾਂਗਾ ਪਹਿਲਾਂ। ਇਹ ਵੀ ਉਹਦੀ ਸਿਆਣੀ ਗੱਲ ਹੈ। ਕਹਿੰਦਾ ਪਹਿਲਾਂ ਮੈਂ ਸੁਣਾਂਗਾ ਫਿਰ ਮੈਂ ਨਿਆਂ ਕਰਾਂਗਾ। ਹਾਂਜੀ। ਕਰੋ ਅਦਾਲਤ ਨੀਕੇ ਬੈਸ। ਤੇ ਅਦਾਲਤ ਵਿੱਚ ਦੋਵੇਂ ਬੈਠਿਓ ਸਾਹਮਣੇ। ਹਾਂਜੀ। ਬਹੁਪੁਰ ਕੇ ਮੁਖ ਮੁਖ ਤੁਮ ਹੈਸ। ਇੱਕ ਬੰਨੇ ਗੁਰੂ ਹੋਣਗੇ, ਇੱਕ ਬੰਨੇ ਤੁਸੀਂ ਹੋਵੋਗੇ। ਹਾਂਜੀ। ਇਮ ਸੁਨ ਸਗਰੇ ਲਵਪੁਰ ਰਹੇ। ਇਹ ਸੁਣ ਕੇ ਸਾਰੇ ਬ੍ਰਾਹਮਣ ਲਾਹੌਰ 'ਚ ਹੀ ਰਹਿ ਪਏ। ਗੱਜ ਕੇ ਆਖੋ ਵਾਹਿਗੁਰੂ। ਤੇ ਪਤਾ ਕੀ ਕਹਿੰਦੇ ਆ? ਕਹਿੰਦੇ ਛੇਤੀ ਬੁਲਾਓ ਉਹਨਾਂ ਨੂੰ, ਛੇਤੀ ਬੁਲਾਓ। ਤੇ ਉਹ ਲਾਹੌਰ ਹੀ ਰਹਿ ਪਏ ਵੀ ਆਉਣਗੇ ਤੇ ਪੁਕਾਰ ਹੋਵੇਗੀ ਫੇਰ ਹੀ ਜਾਵਾਂਗੇ। ਹਾਂਜੀ। ਗੁਰ ਕੋ ਮਤ ਮੋਰਹਿ ਚਿਤ ਚਹੇ। ਹਾਂਜੀ। ਤਿਜ ਖਤਰੀ ਸੋ ਜਾਤ ਅਭਿਮਾਨੀ। ਹਾਂਜੀ। ਭਏ ਇਕੱਤਰ ਦੁਰਜਨ ਅਨਜਾਨੀ। ਉਹ ਹੋਰ ਖੱਤਰੀਆਂ ਨੂੰ, ਬ੍ਰਾਹਮਣਾਂ ਨੂੰ ਪਤਾ ਲੱਗਾ। ਹੋਰ ਬੜੇ ਖੱਤਰੀ ਬ੍ਰਾਹਮਣ ਜਿਹੜੇ ਸਨ ਲਾਹੌਰ 'ਚ ਇਕੱਠੇ ਹੁੰਦੇ ਗਏ ਜੀ। ਹਾਂਜੀ। ਕੀਤਕ ਦਿਨ ਮਹਿ ਅਕਬਰ ਸਾਹੂ। ਕੁਝ ਦਿਨਾਂ ਬਾਅਦ ਹੀ ਅਕਬਰ ਨੇ ਲਿਖ ਪਰਵਾਨਾ ਭੇਜਿਓ ਪਾਹੂ। ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਪਰਵਾਨਾ ਲਿਖ ਕੇ ਭੇਜਿਆ ਜੀ। ਹਾਂਜੀ। ਤੁਮ ਪਰ ਭਏ ਫਿਰਾਦੀ ਆਏ। ਬਹੁਪੁਰ ਕੇ ਨਰ ਹੋਵੇ ਸਮੁਦਾਏ। ਚਿੱਠੀ 'ਚ ਉਹਨੇ ਕੀ ਲਿਖਿਆ? ਬੜੇ ਸਤਿਕਾਰ ਨਾਲ ਉਹਨੇ ਆਖਿਆ ਕਿ ਤੁਸੀਂ ਗੁਰੂ ਹੋ, ਮੇਰੇ ਵੱਲੋਂ ਤੁਹਾਨੂੰ ਨਮਸਕਾਰ ਹੈ, ਪਰ ਤੁਹਾਡੇ ਉੱਤੇ ਥੋੜ੍ਹੇ ਨਹੀਂ ਬਹੁਤ ਸਾਰੇ ਲੋਕ ਫਰਿਆਦ ਲੈ ਕੇ ਆਏ ਹੈ ਤੁਹਾਡੇ ਬਾਰੇ, ਤੁਹਾਡੇ ਉਲਟ ਲੈ ਕੇ ਆਏ ਹੈ। ਹਾਂਜੀ। ਕਰਹੋ ਜਵਾਬ ਦੇਹੀ ਇਨ ਸੰਗ। ਤੇ ਆਪ ਜੀ ਨੂੰ ਬਣ ਆਉਂਦਾ ਹੈ ਕਿ ਤੁਸੀਂ ਉਹਨਾਂ ਨੂੰ ਜਵਾਬ ਦਿਓ। ਹਾਂਜੀ। ਨਾ ਤੁਰ ਇਨ ਕਹਿ ਚੱਲ ਹੋ ਢੰਗ। ਜੇ ਆਪ ਜੀ ਜਵਾਬ ਨਹੀਂ ਦਿੰਦੇ ਤੇ ਤੁਹਾਨੂੰ ਇਹਨਾਂ ਦੇ ਅਨੁਸਾਰੀ ਹੋ ਕੇ ਚੱਲਣਾ ਪਏਗਾ। ਅਕਬਰ ਬੜੀ ਨਿਮਰਤਾ ਦੇ ਨਾਲ ਸਤਿਗੁਰੂ ਜੀ ਨੂੰ ਚਿੱਠੀ ਭੇਜਦਾ ਹੈ। ਹਾਂਜੀ। ਪਰਵਾਨਾ ਸਤਿਗੁਰ ਪਹਿ ਆਇਓ। ਅਕਬਰ ਦਾ ਪਰਵਾਨਾ, ਅਕਬਰ ਦੀ ਚਿੱਠੀ ਆਪ ਪਰਮੇਸ਼ਰ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਤੱਕ ਪਹੁੰਚੀ ਹੈ, ਗੋਇੰਦਵਾਲ ਸਾਹਿਬ।
ਹਾਂਜੀ, ਸੁਨਿਓ ਸ਼ਰਵਨ ਹਮ ਸਾਹੂ ਬੁਲਾਇਓ। ਸਾਰੀ ਸੰਗਤ ਬੈਠੀ ਹੈ ਤੇ ਧੰਨ ਗੁਰੂ ਅਮਰਦਾਸ ਸਾਹਿਬ ਨੂੰ ਜਦੋਂ ਪ੍ਰੇਮੀ ਨੇ ਦੱਸਿਆ ਤੇ ਸਤਿਗੁਰੂ ਨੂੰ ਤੇ ਪਤਾ ਹੈ, ਮਹਾਰਾਜ ਤੇ ਆਪ ਪਰਮੇਸ਼ਰ ਵੀ ਚਿੱਠੀ ਵਿੱਚ ਕੀ ਲਿਖਿਆ, ਪਰ ਸਤਿਗੁਰੂ ਜੀ ਨੇ ਇੱਕ ਪ੍ਰੇਮੀ ਨੂੰ ਕਿਹਾ ਵੀ ਪੜ੍ਹ ਕੇ ਸੁਣਾ ਦੇ ਕੀ ਲਿਖਿਆ। ਉਹ ਸਾਰੀ ਸੰਗਤ ਵਿੱਚ ਪੜ੍ਹ ਕੇ ਸੁਣਾਇਆ ਜੋ ਅਕਬਰ ਨੇ ਪਰਵਾਨੇ ਵਿੱਚ ਲਿਖਾਇਆ ਸੀ। ਤੇ ਮਹਾਰਾਜ ਜਾਣ ਗਏ ਵੀ ਅਕਬਰ ਸਾਨੂੰ ਬੁਲਾਉਣਾ ਚਾਹੁੰਦਾ ਹੈ। ਹਾਂਜੀ, ਦੋਹਰਾ ਸੁਨ ਪਰਵਾਨਾ ਸਾਹੂ ਕੋ ਸਤਿਗੁਰ ਕਰਿਓ ਵਿਚਾਰ। ਹੁਣ ਉਹ ਸਾਰੀ ਸੰਗਤ ਨੇ ਸੁਣ ਲਿਆ, ਸਤਿਗੁਰਾਂ ਨੇ ਸੁਣ ਲਿਆ ਤੇ ਮਹਾਰਾਜ ਆਪਣੇ ਮਨ 'ਚ ਵਿਚਾਰ ਕਰਦੇ ਆ। ਹਾਂਜੀ, ਕੋ ਲਾਇਕ ਤਹਿ ਭੇਜਬੇ ਬੋਲੇ ਸਭਾ ਮਜਾਰ। ਗੱਜ ਕੇ ਆਖੋ ਵਾਹਿਗੁਰੂ। ਬੜਾ ਜ਼ਿੰਮੇਵਾਰੀ ਵਾਲਾ ਕੰਮ ਹੈ। ਤੇ ਸਤਿਗੁਰੂ ਵਿਚਾਰ ਕਰਦੇ ਐ ਕਿਹੜਾ ਐਸਾ ਯੋਗ ਪੁਰਸ਼ ਹੋਵੇ ਜਿਹਨੂੰ ਆਪਣੀ ਜਗ੍ਹਾ ਤੇ ਲਾਹੌਰ ਭੇਜ ਗਏ ਜੀ। ਹੁਣ ਵੇਖੋ ਨਾ, ਸਤਿਗੁਰੂ ਜਾਂਦੇ ਥੋੜੀ ਚੰਗੇ ਲੱਗਦੇ ਜੀ ਉੱਥੇ। ਹਾਂ, ਅਕਬਰ ਜ਼ਰੂਰ ਮਹਾਰਾਜ ਦੇ ਚਰਨਾਂ 'ਚ ਥੋੜੇ ਦਿਨਾਂ ਨੂੰ ਆ ਰਿਹਾ ਜੀ, ਪਰ ਸਤਿਗੁਰੂ ਜੀ ਨੇ ਨਹੀਂ ਜਾਣਾ। ਕਿਹਨੂੰ ਭੇਜ ਗਏ ਆਪਣੀ ਜਗ੍ਹਾ ਉੱਤੇ। ਹਾਂਜੀ, ਚੌਪਈ ਅਜਰ ਜਰਨ ਅਰ ਚਤੁਰ ਮਹਾਨਾ। ਫਿਰ ਜਿਹਨੂੰ ਭੇਜਣਾ ਉਹਦੇ ਵਿੱਚ ਕੁਝ ਗੁਣ ਹੋਣੇ ਚਾਹੀਦੇ ਆ। ਕਿਹੋ ਜਿਹੇ ਗੁਣ ਹੋਣੇ ਚਾਹੀਦੇ ਆ? ਉਹ ਅਜਰ ਨੂੰ ਜਰ ਸਕਦਾ ਹੋਵੇ ਜੀ। ਕੋਈ ਮਾੜਾ ਚੰਗਾ ਬੋਲੇ ਉਹਨੂੰ ਉਹ ਜਰ ਲਵੇ, ਤੇ ਸਿਆਣਾ ਵੀ ਬੜਾ ਹੋਵੇ। ਇਹ ਥੋੜੀ ਵੀ ਮਹਾਰਾਜ ਝਗੜਾਲੂ ਬੰਦਾ ਉੱਥੇ ਭੇਜ ਦੇਣ, ਉਹ ਉੱਥੇ ਹੋਰ ਹੀ ਬਿਪਤਾ ਪਾ ਆਵੇ ਜੀ, ਹੋਰ ਹੀ ਲੜਾਈ ਝਗੜਾ ਕਰ ਆਵੇ। ਚਲੋ ਗੁਰੂ ਸਾਹਿਬ ਨੂੰ ਕਾਹਦੀ ਬਿਪਤਾ ਹੈ? ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਦਾ ਨਾਮ ਲਓ ਬਿਪਤਾਵਾਂ ਤੇ ਭੱਜ ਜਾਂਦੀਆਂ ਨੇ ਉੱਥੋਂ ਜੀ। ਪਰ ਮਹਾਰਾਜ ਕਹਿਣ ਲੱਗੇ ਕੋਈ ਐਸਾ ਪੁਰਸ਼ ਹੋਵੇ ਜਿਹੜਾ ਸਿਆਣਾ ਹੋਵੇ। ਹਾਂਜੀ, ਕਹਿਨ ਸੁਨਨ ਗਤ ਜਨ ਹੈ ਨਾਨਾ। ਜਿਹਨੂੰ ਬਚਨ ਕਰਨ ਦੇ ਤਰੀਕੇ ਵੀ ਆਉਂਦੇ ਹੋਣ ਜੀ, ਵੀ ਕੌਣ ਕਿਸ ਤਰ੍ਹਾਂ ਦੀ ਗੱਲ ਕਰ ਰਿਹਾ ਤੇ ਉਹਨੂੰ ਜਵਾਬ ਕਿਵੇਂ ਦੇਣਾ ਹੈ। ਹਾਂਜੀ, ਜਥਾ ਜੋਗ ਪ੍ਰਸ਼ਨੋਤਰ ਕਰੈ। ਪ੍ਰਸ਼ਨ ਵੀ ਕਰਨਾ ਜਾਣਦਾ ਹੋਵੇ। ਜੇ ਕੋਈ ਗੱਲ ਕਰੇ ਤਾਂ ਉਹਨੂੰ ਅੱਗੋਂ ਪ੍ਰਸ਼ਨ ਕਰਨਾ ਜਾਣਦਾ ਹੋਵੇ, ਤੇ ਕੀਤੇ ਹੋਏ ਪ੍ਰਸ਼ਨ ਦਾ ਉੱਤਰ ਦੇਣਾ ਜਾਣਦਾ ਹੋਵੇ ਜੀ। ਹਾਂਜੀ, ਕੂਰੇ ਬਨਹਿ ਪੁਕਾਰ ਜੇ ਧਰੈ। ਔਰ ਐਸਾ ਸਿਆਣਾ ਪੁਰਸ਼ ਹੋਵੇ, ਉਹਦੀ ਗੱਲ ਵਿੱਚ ਇੰਨਾ ਦਮ ਹੋਵੇ, ਇਹ ਬ੍ਰਾਹਮਣ ਜਿਹੜੇ ਪੁਕਾਰ ਲੈ ਕੇ ਗਏ ਝੂਠੇ ਪੈ ਜਾਣ। ਗੱਜ ਕੇ ਆਖੋ ਵਾਹਿਗੁਰੂ। ਐਸਾ ਹੋਵੇ, ਸਿਆਣਾ ਹੋਵੇ। ਹਾਂਜੀ, ਸਭ ਬਿਦ ਕੋ ਲਾਇਕ ਮਨ ਜਾਨਾ। ਤੇ ਹੁਣ ਮਹਾਰਾਜ ਵਿਚਾਰ ਕਰਦੇ ਵੀ ਕਿਹਨੂੰ ਲਾਇਕ ਮੰਨੀਏ, ਕਿਹਨੂੰ ਜੋਗ ਮੰਨੀਏ। ਹਾਂਜੀ, ਰਾਮਦਾਸ ਗੁਣ ਮਨਹੁ ਖਜ਼ਾਨਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਤੇ ਸਾਰੀ ਸਭਾ ਦੇ ਵਿੱਚ ਬੈਠੇ ਮਹਾਰਾਜ ਵਿਚਾਰ ਮਨ ਵਿੱਚ ਕਰ ਰਹੇ ਹੈ ਕਿ ਰਾਮਦਾਸ ਜੀ ਤੇ ਗੁਣਾਂ ਦੇ ਖਜ਼ਾਨੇ ਨੇ, ਉਹਨਾਂ ਵਿੱਚ ਇਹ ਸਾਰੇ ਹੀ ਗੁਣ ਨੇ। ਹਾਂਜੀ, ਨਿਕਟ ਹਕਾਰਿਓ ਲੀਨ ਬੈਠਾਏ। ਤੇ ਮਹਾਰਾਜ ਨੇ ਰਾਮਦਾਸ ਜੀ ਨੂੰ ਆਪਣੇ ਕੋਲ ਸੱਦਿਆ, ਸਤਿਗੁਰੂ ਜੀ ਨੂੰ। ਅਜੇ ਉਹ ਸੇਵਕ ਹਨ, ਤੇ ਆਪਣੇ ਪਾਸ ਬਿਠਾਇਆ ਸਤਿਗੁਰੂ ਜੀ ਨੇ। ਹਾਂਜੀ, ਹਿਤ ਸੋ ਨੀਕੇ ਤਿਹ ਸਮਝਾਏ। ਬੜੇ ਪਿਆਰ ਨਾਲ ਮਹਾਰਾਜ ਗੁਰੂ ਅਮਰਦਾਸ ਸਾਹਿਬ ਸਮਝਾਉਣ ਲੱਗੇ ਜੀ। ਹਾਂਜੀ, ਹੇ ਸੁਤ ਦਿਜ ਖਤਰੀ ਕੁਲਵਾਨ ਗਏ ਪੁਕਾਰੂ ਜਾਤ ਗੁਮਾਨ। ਤੇ ਸੱਚੇ ਪਾਤਸ਼ਾਹ ਸਮਝਾਉਣ ਲੱਗੇ, ਕਹਿਣ ਲੱਗੇ ਜਿਹੜਾ ਸ਼ਬਦ ਸਤਿਗੁਰੂ ਜੀ ਨੇ ਵਰਤਿਆ ਉਹ ਪੁੱਤਰ ਵਰਤਿਆ ਜੀ। ਮਹਾਰਾਜ ਕਹਿਣ ਲੱਗੇ ਪੁੱਤਰ ਜੀ, ਜਿਨ੍ਹਾਂ ਨੂੰ ਆਪਣੀ ਜਾਤ ਦਾ ਹੰਕਾਰ ਹੈ, ਮਾਣ ਹੈ, ਹਾਂਜੀ, ਹਮਕੋ ਦੇਖ ਸਕੈ ਨਹਿ ਸੋਏ। ਉਹ ਗੁਰੂ ਘਰ ਦੀ ਮਰਜ਼ਾਦਾ ਨੂੰ ਨਹੀਂ ਵੇਖ ਸਕਦੇ। ਹਾਂਜੀ, ਅਗਿਆਨੀ ਮਤ ਮੂਰਖ ਹੋਏ। ਉਹ ਅਗਿਆਨੀ ਹਨ, ਮੂਰਖ ਮਤ ਵਾਲੇ ਹੈ, ਉਹ ਗੁਰੂ ਘਰ ਦੀ ਮਰਜ਼ਾਦਾ ਨੂੰ ਨਹੀਂ ਜਾਣਦੇ। ਬਹੁ ਪੁਰ ਕੇ ਮਿਲ ਗਏ ਫਿਰਾਦੀ। ਇਕੱਠੇ ਹੋ ਕੇ
ਉਹ ਫਰਿਆਦ ਅਕਬਰ ਕੋਲ ਕੀਤੀ ਸਾਡੇ ਬਾਰੇ। ਹਾਂਜੀ, ਮਤ ਸਰ ਕਰ ਮਿਥਿਆ ਅਪਵਾਦੀ। ਮਹਾਰਾਜ ਕਹਿਣ ਲੱਗੇ ਉਹ ਈਰਖਾਲੂ ਨੇ, ਤੇ ਜਿਹੜੀਆਂ ਗੱਲਾਂ ਕਰ ਰਹੇ ਆ ਨਾ ਉਹ ਵਿਅਰਥ ਨੇ ਸਾਰੀਆਂ, ਮਹਾਰਾਜ ਕਹਿਣ ਲੱਗੇ। ਹਾਂਜੀ, ਬੀਚ ਕਚਹਿਰੀ ਕੇ ਸੰਵਾਦ, ਕਹਿ ਕਹਿ ਜੇਤਹੁ ਤਰ ਅਹਿਲਾਦ। ਝੂਠੀਆਂ ਗੱਲਾਂ ਕਰ ਰਹੇ ਆ, ਤੇ ਮਹਾਰਾਜ ਕਹਿਣ ਲੱਗੇ ਹੁਣ ਸਾਨੂੰ ਕਚਹਿਰੀ ਵਿੱਚ ਸੱਦਿਆ। ਗੱਜ ਕੇ ਆਖੋ ਵਾਹਿਗੁਰੂ। ਕੌਣ ਦੱਸੇ? ਦੁਨੀਆ ਦੇ ਲੋਕਾਂ ਨੂੰ ਨਹੀਂ ਪਤਾ। ਉੱਥੇ ਜਿਹੜੀ ਸਭ ਤੋਂ ਵੱਡੀ ਕਚਹਿਰੀ, ਜਿਹੜੀ ਮਰਨ ਤੋਂ ਬਾਅਦ ਜਿੱਥੇ ਪੇਸ਼ੀ ਹੁੰਦੀ ਹੈ ਸਾਡੀ, ਉੱਥੇ ਗੁਰੂ ਅਮਰਦਾਸ ਜੀ ਦਾ ਨਾਮ ਲਿਆ ਹੀ ਬੰਦਾ ਛੁੱਟ ਜਾਂਦਾ ਜੀ। ਕਿੰਨੀ ਮਹਾਰਾਜ ਦੀ ਵਡਿਆਈ। ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ। ਪਰ ਮਹਾਰਾਜ ਕਹਿੰਦੇ ਸਾਨੂੰ ਸੱਦਿਆ ਉਹਨਾਂ ਨੇ। ਹਾਂਜੀ, ਜਿਮ ਬੂਝੈ ਤਿਮ ਦੇਹੋ ਜਵਾਬ। ਤੇ ਸਾਡੇ ਵੱਲੋਂ ਤੁਸੀਂ ਜਾਵੋਗੇ ਉੱਥੇ। ਗੱਜ ਕੇ ਆਖੋ ਵਾਹਿਗੁਰੂ। ਜਿਵੇਂ ਤੁਹਾਨੂੰ ਪੁੱਛਣਗੇ ਉਵੇਂ ਤੁਸੀਂ ਉਹਨਾਂ ਨੂੰ ਜਵਾਬ ਦੇਣੇ ਆ। ਹਾਂਜੀ, ਕਰਹੁ ਨਾ ਡੇਰੀ ਜਾਹੋ ਸ਼ਤਾਬ। ਮਹਾਰਾਜ ਕਹਿੰਦੇ ਦੇਰ ਨਾ ਲਾਵੋ, ਛੇਤੀ ਜਾਵੋ, ਇਹ ਕਾਰਜ ਤੁਸੀਂ ਕਰਨਾ ਹੈ। ਹਾਂਜੀ, ਸੁਨਤ ਖਰੇ ਹੋਏ ਬਿਨਤੀ ਠਾਨੀ। ਤੇ ਮਹਾਰਾਜ ਨੇ ਬਿਠਾਇਆ ਸੀਗਾ ਗੁਰੂ ਰਾਮਦਾਸ ਜੀ ਨੂੰ। ਤੇ ਗੱਜ ਕੇ ਆਖੋ ਵਾਹਿਗੁਰੂ। ਗੱਲ ਧਿਆਨ ਨਾਲ ਸੁਣੋ। ਸੁਨਤ ਖਰੇ ਹੋਏ ਬਿਨਤੀ ਠਾਨੀ। ਇਹ ਨਹੀਂ ਵੀ ਮੈਂ ਮਹਾਰਾਜ ਨਾਲ ਗੱਲ ਕਰਨੀ ਤੇ ਬੈਠਿਆਂ ਬੈਠਿਆਂ ਹੀ ਕਰੀ ਜਾਵਾਂ, ਨਹੀਂ। ਗੁਰੂ ਰਾਮਦਾਸ ਸਾਹਿਬ ਖੜੇ ਹੋ ਗਏ ਜੀ, ਖਲੋ ਗਏ, ਖਲੋ ਕੇ ਹੱਥ ਜੋੜ ਕੇ ਬੇਨਤੀ ਕਰਦੇ ਆ। ਹਾਂਜੀ, ਹੇ ਸਤਿਗੁਰ ਸਭ ਮਤ ਗੁਣ ਖਾਨੀ। ਹੇ ਸੱਚੇ ਪਾਤਸ਼ਾਹ ਮਹਾਰਾਜ, ਜਿੰਨੇ ਗੁਣ ਨੇ ਨਾ ਤੁਹਾਡੇ ਵਿੱਚ ਨੇ ਸਾਰੇ ਮਹਾਰਾਜ। ਹਾਂਜੀ, ਤੁਮਰੇ ਪ੍ਰੇਮ ਬਿਨਾ ਕੁਛ ਆਨ, ਮੈਂ ਨਹਿ ਜਾਣਤ ਕਹਾ ਬਖਾਨ। ਤੇ ਸੱਚੇ ਪਾਤਸ਼ਾਹ ਮੈਨੂੰ ਜੇ ਕੁਝ ਆਉਂਦਾ ਤੇ ਤੁਹਾਡਾ ਪਿਆਰ ਹੀ ਆਉਂਦਾ ਹੈ, ਮੈਨੂੰ ਹੋਰ ਕੁਝ ਨਹੀਂ ਆਉਂਦਾ। ਗੱਜ ਕੇ ਆਖੋ ਵਾਹਿਗੁਰੂ। ਜੇ ਮੈਨੂੰ ਕੁਝ ਆਉਂਦਾ ਤੇ ਮੈਨੂੰ ਤੁਹਾਡਾ ਪਿਆਰ ਆਉਂਦਾ, ਮੈਨੂੰ ਹੋਰ ਕੋਈ ਗੱਲਬਾਤ ਨਹੀਂ ਆਉਂਦੀ। ਹਾਂਜੀ, ਗਾਇਤਰੀ ਸ਼ਬਦ ਸਿਮਰਤ ਸਾਰ, ਪਠੇ ਨ ਕਬਹੂ ਕਰੇ ਵਿਚਾਰ। ਗਾਇਤਰੀ ਸ਼ਰੁਤ ਸਿਮਰਤੀ ਸਾਰ। ਉੱਥੇ ਗਾਇਤਰੀ ਮੰਤਰ ਪੁੱਛਣਾ, ਸ਼ਰੁਤੀਆਂ ਬਾਰੇ ਪੁੱਛਣਗੇ, ਸਿਮਰਤੀਆਂ ਦਾ ਸਾਰ ਪੁੱਛਣਗੇ। ਕਿਉਂ? ਬ੍ਰਾਹਮਣਾਂ ਨੇ ਇਹੋ ਜਿਹੀਆਂ ਗੱਲਾਂ ਕਰਨੀਆਂ ਨੇ। ਤੇ ਮਹਾਰਾਜ ਮੈਂ ਇਹ ਗੱਲਾਂ ਕਿਵੇਂ ਕਰਾਂਗਾ? ਮੈਂ ਤੇ ਕਦੀ ਪੜ੍ਹੀਆਂ ਹੀ ਨਹੀਂ ਹਨ ਮਹਾਰਾਜ, ਮੈਨੂੰ ਤੇ ਆਉਂਦੀਆਂ ਹੀ ਨਹੀਂ ਹਨ। ਹਾਂਜੀ, ਆਗਿਆ ਤੁਮਰੀ ਕੇ ਅਨੁਸਾਰ, ਮੈਂ ਬੋਲਾਂ ਸੰਗ ਹੋਏ ਹਜ਼ਾਰ। ਪਰ ਇਹ ਨਹੀਂ ਆਖਿਆ ਵੀ ਮਹਾਰਾਜ ਮੈਂ ਜਾਣਾ ਨਹੀਂ ਹੈ। ਕਈ ਵਾਰੀ ਬੰਦਾ ਉੱਤੋਂ ਨਿਮਰਤਾ ਵਿੱਚ ਵੀ ਕਹਿ ਦਿੰਦਾ ਨਹੀਂ ਮਹਾਰਾਜ ਮੈਂ ਕਿੱਥੋਂ ਜਾਣਾ, ਅੰਦਰੋਂ ਭਾਵੇਂ ਜੀ ਕਰਦਾ ਹੋਵੇ। ਇਹੋ ਜਿਹਾ ਕੋਈ ਗੱਲ ਨਹੀਂ ਹੈ। ਔਰ ਇਹ ਵੀ ਬੇਨਤੀ 'ਚ ਗੁਰੂ ਰਾਮਦਾਸ ਸਾਹਿਬ ਗੁਰੂ ਅਮਰਦਾਸ ਜੀ ਨੂੰ ਕਹਿੰਦੇ ਹੈ ਕਿ ਮਹਾਰਾਜ ਮੈਨੂੰ ਤੁਹਾਡਾ ਪਿਆਰ ਹੀ ਪਤਾ ਹੈ, ਬਸ ਪਿਆਰ ਹੀ ਆਉਂਦਾ ਹੈ ਮੈਨੂੰ। ਤੇ ਸੰਗਤ ਜੀ ਜਿਹਨੂੰ ਪਿਆਰ ਕਰਨਾ ਆਉਂਦਾ ਉਹਨੂੰ ਰੱਬ ਪਾ ਲਿਆ ਸਮਝੋ ਉਹਨੇ ਜੀ। ਸਾਚ ਕਹੋ ਸੁਣ ਲਿਖੋ ਸਭੈ ਜਿਨ ਪ੍ਰੇਮ ਕੀਓ ਨਹੀਂ ਪ੍ਰਭ ਪਾਇਓ। ਹੁਣ ਕਹਿਣ ਲੱਗੇ ਮਹਾਰਾਜ ਤੁਹਾਡੀ ਹੁਕਮ ਹੋਵੇ, ਆਉਂਦਾ ਜਾਂਦਾ ਮੈਨੂੰ ਕੁਝ ਨਹੀਂ, ਪਰ ਜੇ ਤੁਹਾਡਾ ਹੁਕਮ ਹੋਵੇ ਤੇ ਮੈਂ ਹਜ਼ਾਰਾਂ ਵਿੱਚ ਵੀ ਬੋਲ ਸਕਦਾ ਮਹਾਰਾਜ। ਹਾਂਜੀ, ਬਿਰਦ ਲਾਜ ਤੁਮ ਕੋ ਸਭ ਅਹੈ। ਸੱਚੇ ਪਾਤਸ਼ਾਹ ਕਿਉਂਕਿ ਮਹਾਰਾਜ ਮੈਂ ਸੇਵਕ ਤੇ ਤੁਹਾਡਾ ਹੀ ਹੈ ਨਾ, ਤੇ ਮਹਾਰਾਜ ਆਪਣੇ ਬਿਰਦ ਦੀ ਲਾਜ ਵੀ ਤੁਹਾਨੂੰ ਹੀ ਹੈ। ਹਾਂਜੀ, ਹਮਰੋ ਨਾਮ ਨਾ ਕੋ ਕਹੈ। ਸਾਡਾ ਨਾਮ ਮੇਰਾ ਨਾਮ ਕਿਹਨੂੰ ਪਤਾ ਹੈ ਮਹਾਰਾਜ? ਮੋਕੋ ਕੋਏ ਨਾ ਜਾਣੇ ਅਤ। ਮਹਾਰਾਜ ਮੈਨੂੰ ਕੋਈ ਨਹੀਂ ਜਾਣਦਾ। ਹਾਂਜੀ, ਇਮ ਬਿਨਤੀ ਸੁਨ ਸਰੋਨ ਕਿਰਪਾਲ, ਕਿਰਪਾ ਦ੍ਰਿਸ਼ਟ ਭਿਖ ਕੈ ਤਿਸ ਕਾਲ। ਤੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਗੱਲ ਸੁਣੀ ਤੇ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਨੂੰ ਕਹਿਣ ਲੱਗੇ
ਹਾਂਜੀ। ਸਤਿਗੁਰ ਕਹਿਓ ਭਲੇ ਸਮਝਾਏ, ਹੀ ਸੁਤ ਤਰਾਸ ਨੇ ਕੀਜਹਿ ਕਾਏ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਸੱਚੇ ਪਾਤਸ਼ਾਹ ਗਰੀਬ ਨਵਾਜ ਨਾ ਬੜੇ ਪ੍ਰੇਮ ਨਾਲ ਕਹਿਣ ਲੱਗੇ, ਮਹਾਰਾਜ ਕਹਿਣ ਲੱਗੇ ਪੁੱਤਰ ਜੀ ਤੁਹਾਨੂੰ ਇਸ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਵੀ ਤੁਹਾਨੂੰ ਆਉਂਦਾ ਨਹੀਂ ਹੈ ਕੁਝ। ਮਹਾਰਾਜ ਕਹਿੰਦੇ ਹਾਂਜੀ। ਨਿਜ ਭੁਜ ਪਿਖੋ ਜਵਾਬ, ਤੇ ਸਾਡੇ ਵੱਲੋਂ ਤੁਸੀਂ ਜਾਵੋਗੇ ਉੱਥੇ। ਗੱਜ ਕੇ ਆਖੋ ਵਾਹਿਗੁਰੂ। ਜਿਵੇਂ ਤੁਹਾਨੂੰ ਪੁੱਛਣਗੇ ਉਵੇਂ ਤੁਸੀਂ ਉਹਨਾਂ ਨੂੰ ਜਵਾਬ ਦੇਣੇ ਆ। ਹਾਂਜੀ। ਕਰਹੁ ਨਾ ਡੇਰੀ ਜਾਹੋ ਸ਼ਤਾਬ। ਮਹਾਰਾਜ ਕਹਿੰਦੇ ਦੇਰ ਨਾ ਲਾਵੋ, ਛੇਤੀ ਜਾਵੋ, ਇਹ ਕਾਰਜ ਤੁਸੀਂ ਕਰਨਾ ਹੈ। ਹਾਂਜੀ। ਸੁਨਤ ਖਰੇ ਹੋਏ ਬਿਨਤੀ ਠਾਨੀ। ਤੇ ਮਹਾਰਾਜ ਨੇ ਬਿਠਾਇਆ ਸੀਗਾ ਗੁਰੂ ਰਾਮਦਾਸ ਜੀ ਨੂੰ। ਤੇ ਗੱਜ ਕੇ ਆਖੋ ਵਾਹਿਗੁਰੂ। ਗੱਲ ਧਿਆਨ ਨਾਲ ਸੁਣੋ। ਸੁਨਤ ਖਰੇ ਹੋਏ ਬਿਨਤੀ ਠਾਨੀ। ਇਹ ਨਹੀਂ ਵੀ ਮੈਂ ਮਹਾਰਾਜ ਨਾਲ ਗੱਲ ਕਰਨੀ ਤੇ ਬੈਠੀਆਂ ਬੈਠੀਆਂ ਹੀ ਕਰੀ ਜਾਵਾਂ, ਨਹੀਂ। ਗੁਰੂ ਰਾਮਦਾਸ ਸਾਹਿਬ ਖੜੇ ਹੋ ਗਏ ਜੀ, ਖਲੋ ਗਏ, ਖਲੋ ਕੇ ਹੱਥ ਜੋੜ ਕੇ ਬੇਨਤੀ ਕਰਦੇ ਆ। ਹਾਂਜੀ। ਹੇ ਸਤਿਗੁਰ ਸਭ ਮਤ ਗੁਣ ਖਾਨੀ। ਹੇ ਸੱਚੇ ਪਾਤਸ਼ਾਹ ਮਹਾਰਾਜ ਜਿੰਨੇ ਗੁਣ ਨੇ ਨਾ ਤੁਹਾਡੇ ਵਿੱਚ ਨੇ ਸਾਰੇ ਮਹਾਰਾਜ। ਹਾਂਜੀ। ਤੁਮਰੇ ਪ੍ਰੇਮ ਬਿਨਾ ਕੁਛ ਆਨ, ਮੈਂ ਨਹਿ ਜਾਣਤ ਕਹਾ ਬਖਾਨ। ਤੇ ਸੱਚੇ ਪਾਤਸ਼ਾਹ ਮੈਨੂੰ ਜੇ ਕੁਝ ਆਉਂਦਾ ਤੇ ਤੁਹਾਡਾ ਪਿਆਰ ਹੀ ਆਉਂਦਾ ਹੈ, ਮੈਨੂੰ ਹੋਰ ਕੁਝ ਨਹੀਂ ਆਉਂਦਾ। ਗੱਜ ਕੇ ਆਖੋ ਵਾਹਿਗੁਰੂ। ਜੇ ਮੈਨੂੰ ਕੁਝ ਆਉਂਦਾ ਤੇ ਮੈਨੂੰ ਤੁਹਾਡਾ ਪਿਆਰ ਆਉਂਦਾ, ਮੈਨੂੰ ਹੋਰ ਕੋਈ ਗੱਲਬਾਤ ਨਹੀਂ ਆਉਂਦੀ। ਹਾਂਜੀ। ਗਾਇਤਰੀ ਸ਼ਤਰ ਸਿਮਰਤ ਸਾਰ, ਪਠੇ ਨ ਕਬਹੂ ਕਰੇ ਵਿਚਾਰ। ਗਾਇਤਰੀ ਸ਼ਰੁਤ ਸਿਮਰਤੀ ਸਾਰ। ਉੱਥੇ ਗਾਇਤਰੀ ਮੰਤਰ ਪੁੱਛਣਾ, ਸ਼ਰੁਤੀਆਂ ਬਾਰੇ ਪੁੱਛਣਗੇ, ਸਿਮਰਤੀਆਂ ਦਾ ਸਾਰ ਪੁੱਛਣਗੇ। ਕਿਉਂ ਬ੍ਰਾਹਮਣਾਂ ਨੇ ਇਹੋ ਜਿਹੀਆਂ ਗੱਲਾਂ ਕਰਨੀਆਂ ਨੇ। ਤੇ ਮਹਾਰਾਜ ਮੈਂ ਇਹ ਗੱਲਾਂ ਕਿਵੇਂ ਕਰਾਂਗਾ, ਮੈਂ ਤੇ ਕਦੀ ਪੜ੍ਹੀਆਂ ਹੀ ਨਹੀਂ ਹਨ ਮਹਾਰਾਜ, ਮੈਨੂੰ ਤੇ ਆਉਂਦੀਆਂ ਹੀ ਨਹੀਂ ਹਨ। ਹਾਂਜੀ। ਆਗਿਆ ਤੁਮਰੀ ਕੇ ਅਨੁਸਾਰ, ਮੈਂ ਬੋਲੋਂ ਸੰਗ ਹੋਏ ਹਜ਼ਾਰ। ਪਰ ਇਹ ਨਹੀਂ ਆਖਿਆ ਵੀ ਮਹਾਰਾਜ ਮੈਂ ਜਾਣਾ ਨਹੀਂ ਹੈ। ਕਈ ਵਾਰੀ ਬੰਦਾ ਉੱਤੋਂ ਨਿਮਰਤਾ ਵਿੱਚ ਵੀ ਕਹਿ ਦਿੰਦਾ ਨਹੀਂ ਮਹਾਰਾਜ ਮੈਂ ਕਿੱਥੋਂ ਜਾਣਾ, ਅੰਦਰੋਂ ਭਾਵੇਂ ਜੀ ਕਰਦਾ ਹੋਵੇ। ਇਹੋ ਜਿਹਾ ਕੋਈ ਗੱਲ ਨਹੀਂ ਹੈ। ਔਰ ਇਹ ਵੀ ਬੇਨਤੀ 'ਚ ਗੁਰੂ ਰਾਮਦਾਸ ਸਾਹਿਬ ਗੁਰੂ ਅਮਰਦਾਸ ਜੀ ਨੂੰ ਕਹਿੰਦੇ ਹੈ ਕਿ ਮਹਾਰਾਜ ਮੈਨੂੰ ਤੁਹਾਡਾ ਪਿਆਰ ਹੀ ਪਤਾ ਹੈ, ਬਸ ਪਿਆਰ ਹੀ ਆਉਂਦਾ ਹੈ ਮੈਨੂੰ। ਤੇ ਸੰਗਤ ਜੀ ਜਿਹਨੂੰ ਪਿਆਰ ਕਰਨਾ ਆਉਂਦਾ ਉਹਨੂੰ ਰੱਬ ਪਾ ਲਿਆ ਸਮਝੋ ਉਹਨੇ ਜੀ। ਸਾਚ ਕਹੋ ਸੁਣ ਲਿਖੋ ਸਭੈ ਜਿਨ ਪ੍ਰੇਮ ਕੀਓ ਨਹੀਂ ਪ੍ਰਭ ਪਾਇਓ। ਹੁਣ ਕਹਿਣ ਲੱਗੇ ਮਹਾਰਾਜ ਤੁਹਾਡੀ ਹੁਕਮ ਹੋਵੇ, ਆਉਂਦਾ ਜਾਂਦਾ ਮੈਨੂੰ ਕੁਝ ਨਹੀਂ, ਪਰ ਜੇ ਤੁਹਾਡਾ ਹੁਕਮ ਹੋਵੇ ਤੇ ਮੈਂ ਹਜ਼ਾਰਾਂ ਵਿੱਚ ਵੀ ਬੋਲ ਸਕਦਾ ਮਹਾਰਾਜ। ਹਾਂਜੀ। ਬਿਰਦ ਲਾਜ ਤੁਮ ਕੋ ਸਭ ਹੈ। ਸੱਚੇ ਪਾਤਸ਼ਾਹ ਕਿਉਂਕਿ ਮਹਾਰਾਜ ਮੈਂ ਸੇਵਕ ਤੇ ਤੁਹਾਡਾ ਹੀ ਹੈ ਨਾ, ਤੇ ਮਹਾਰਾਜ ਆਪਣੇ ਬਿਰਦ ਦੀ ਲਾਜ ਵੀ ਤੁਹਾਨੂੰ ਹੀ ਹੈ। ਹਾਂਜੀ। ਹਮਰੋ ਨਾਮ ਨਾ ਕੋ ਕਹੈ। ਸਾਡਾ ਨਾਮ ਮੇਰਾ ਨਾਮ ਕਿਹਨੂੰ ਪਤਾ ਹੈ ਮਹਾਰਾਜ, ਮੋਕੋ ਕੋਏ ਨਾ ਜਾਣੇ ਅਤ। ਮਹਾਰਾਜ ਮੈਨੂੰ ਕੋਈ ਨਹੀਂ ਜਾਣਦਾ। ਹਾਂਜੀ। ਇਮ ਬਿਨਤੀ ਸੁਨ ਸਰੋਨ ਕਿਰਪਾਲ, ਕਿਰਪਾ ਦ੍ਰਿਸ਼ਟ ਭਿਖ ਕੈ ਤਿਸ ਕਾਲ। ਤੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਗੱਲ ਸੁਣੀ ਤੇ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਨੂੰ ਕਹਿਣ ਲੱਗੇ। ਹਾਂਜੀ। ਸਤਿਗੁਰ ਕਹਿਓ ਭਲੇ ਸਮਝਾਏ, ਹੇ ਸੁਤ ਤਰਾਸ ਨੇ ਕੀਜਹਿ ਕਾਏ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਸੱਚੇ ਪਾਤਸ਼ਾਹ ਗਰੀਬ ਨਵਾਜ ਨਾ ਬੜੇ ਪ੍ਰੇਮ ਨਾਲ ਕਹਿਣ ਲੱਗੇ, ਮਹਾਰਾਜ ਕਹਿਣ ਲੱਗੇ ਪੁੱਤਰ ਜੀ ਤੁਹਾਨੂੰ ਇਸ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਵੀ ਤੁਹਾਨੂੰ ਆਉਂਦਾ ਨਹੀਂ ਹੈ ਕੁਝ। ਮਹਾਰਾਜ ਕਹਿੰਦੇ ਹਾਂਜੀ। ਨਿਜ ਭੁਜ ਪਿਖੋ। ਤੇ ਪਹਿਲਾਂ ਮੂਲ ਮੰਤਰ ਪੜ੍ਹ ਕੇ ਫਿਰ ਲਿਖਣਾ ਹੈ। ਮੈਂ ਤੇ ਜਦੋਂ ਦਾਸ ਤੇ ਪੇਪਰ ਦਿੰਦਾ ਹੁੰਦਾ ਸਾਂ ਤੇ ਮੈਨੂੰ ਤੇ ਗੁਰਮੁਖਾਂ ਇਹੋ ਹੀ ਗੱਲ ਸਮਝਾਈ ਸੀਗੀ
ਪੇਪਰ ਦੇਣ ਤੋਂ ਪਹਿਲਾਂ ਮੂਲ ਮੰਤਰ ਪੜ੍ਹ ਲੈਣਾ ਤੇ ਮੂਲ ਮੰਤਰ ਪੜ੍ਹ ਕੇ ਫਿਰ ਪੇਪਰ ਲਿਖਣਾ ਸ਼ੁਰੂ ਕਰਨਾ ਹੈ। ਕੋਈ ਵੀ ਕੰਮ ਹੈ ਮੂਲ ਮੰਤਰ ਵਿੱਚ ਮਹਾਰਾਜ ਨੇ ਬੜਾ ਤੱਤ ਰੱਖਿਆ। ਸੋ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਅਪਰਜੈ ਓਕਤ ਜੁਗਤ ਸਭ ਹੋਏ, ਸਾਰ ਪੁਰਾਨਨ ਕੋ ਲਖ ਸੋਏ। ਹੋਰ ਉਕਤੀਆਂ ਜੁਗਤੀਆਂ ਸ਼ਕਤੀਆਂ ਤੁਹਾਡੇ ਸਾਹਮਣੇ ਆ ਕੇ ਖਲੋ ਜਾਣਗੀਆਂ। ਪੁਰਾਣਾਂ ਦਾ ਸਿਧਾਂਤ ਜਿਹੜਾ ਉਹ ਤੁਹਾਨੂੰ ਉਸੇ ਵੇਲੇ ਸਭਾ ਵਿੱਚ ਪਤਾ ਲੱਗ ਜਾਵੇਗਾ। ਨਿਰਭੈ ਸਭ ਮਹਿ ਕਹੀਐ ਬਾਣੀ। ਤੇ ਫਿਰ ਨਿਰਭੈ ਹੋ ਕੇ ਸਾਰਿਆਂ ਵਿੱਚ ਗੱਲਬਾਤ ਕਰਿਓ। ਸਤਿਗੁਰੂ ਕਹਿਣ ਲੱਗੇ ਹਾਂਜੀ, ਹੇ ਸੁਤ ਪ੍ਰਾਪਤ ਵਿਜੈ ਮਹਾਨੀ। ਹੇ ਪੁੱਤਰ ਤੁਹਾਨੂੰ ਆਸ਼ੀਰਵਾਦ ਦੇ ਕੇ ਤੋਰ ਰਹੇ ਆ। ਮਹਾਰਾਜ ਕਹਿੰਦੇ ਤੁਹਾਡੀ ਜਿੱਤ ਹੋਏਗੀ ਉੱਥੇ। ਗੱਜ ਕੇ ਆਖੋ ਵਾਹਿਗੁਰੂ। ਜਦੋਂ ਪਹਿਲਾਂ ਹੀ ਜਿੱਤ ਦੇਣ ਵਾਲੇ ਕਹਿ ਰਹੇ ਆ ਤਾਂ ਫਿਰ ਕਾਹਦੀ ਚਿੰਤਾ ਹੈ ਜੀ। ਹਾਂਜੀ, ਸ਼ਾਸਤਰਾਨ ਕੇ ਕਰਤਾ ਜੋਏ, ਤੁਝ ਸੰਗ ਕਹੈ ਸਮਰਥ ਨਾ ਸੋਏ। ਇੰਨੀ ਵੱਡੀ ਬਖਸ਼ਿਸ਼ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਉੱਤੇ ਕੀਤੀ। ਮਹਾਰਾਜ ਕਹਿਣ ਲੱਗੇ ਜਿਨ੍ਹਾਂ ਨੇ ਸ਼ਾਸਤਰ ਲਿਖੇ ਆ ਨਾ ਉਹਨਾਂ ਵਿੱਚ ਵੀ ਇੰਨੀ ਵਿਦਿਆ ਨਹੀਂ ਹੋਵੇਗੀ ਜਿੰਨੀ ਤੁਹਾਡੇ ਵਿੱਚ ਆ ਜਾਵੇਗੀ। ਜਿੰਨੀ ਤੁਹਾਡੇ 'ਚ ਆ ਜਾਏਗੀ ਉਹ ਵੀ ਤੁਹਾਡੇ ਥੱਲੇ ਰਹਿ ਜਾਣਗੇ। ਕਹਿਣ ਲੱਗੇ ਹਾਂਜੀ, ਇਹੋ ਨਰ ਬਪੁਰਨ ਕੀ ਕਿਆ ਗਿਣਤੀ। ਜਦੋਂ ਸ਼ਾਸਤਰ ਲਿਖਣ ਵਾਲੇ ਹੀ ਤੁਹਾਡੇ ਹੇਠਾਂ ਰਹਿ ਗਏ, ਆ ਨਿੱਕੇ ਨਿੱਕੇ ਬ੍ਰਾਹਮਣ ਕੀ ਚੀਜ਼ ਹੈਗੀ। ਮਹਾਰਾਜ ਕਹਿਣ ਲੱਗੇ ਹਾਂਜੀ, ਸਰਬ ਸੁਰਾਸੁਰ ਠਾਨ ਹੈ ਬਿਨਤੀ। ਗਰੀਬ ਨਵਾਜ ਕਹਿਣ ਲੱਗੇ ਤੁਸੀਂ ਜਾ ਕੇ ਜਿਵੇਂ ਕਿਹਾ ਉਵੇਂ ਕਰਿਓ। ਦੇਵਤੇ ਵੀ ਤੁਹਾਡੇ ਸਾਹਮਣੇ ਖਲੋ ਕੇ ਬੇਨਤੀਆਂ ਕਰਨਗੇ। ਕਹਿਣ ਲੱਗੇ ਹਾਂਜੀ, ਇਮ ਸੁਨ ਬਾਕਨ ਧਰਿਓ ਭਰੋਸਾ। ਤੇ ਗੁਰੂ ਰਾਮਦਾਸ ਸਾਹਿਬ ਜੀ ਨੇ ਸੁਣ ਕੇ ਹਾਸਾ ਮਖੌਲ ਨਹੀਂ ਕੀਤਾ। ਮਹਾਰਾਜ ਇੰਜ ਕਿਵੇਂ ਹੋ ਸਕਦਾ ਹੈ। ਨਹੀਂ, ਗੁਰੂ ਰਾਮਦਾਸ ਜੀ ਨੇ ਬਚਨ ਮੰਨ ਲਏ, ਭਰੋਸਾ ਕਰ ਲਿਆ ਜੀ। ਹਾਂਜੀ, ਕਰ ਬੰਧਨ ਕੋ ਚਲੇ ਅਦੋਸ਼ਾ। ਅਦੋਸ਼ ਸਤਿਗੁਰੂ ਤੁਰ ਪਏ ਜੀ। ਬਸ ਉਸੇ ਵੇਲੇ ਲਾਹੌਰ ਨੂੰ ਤੇ ਜਾਣ ਵੇਲੇ ਕੀ ਕੀਤਾ, ਧੰਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਨਮਸਕਾਰ ਕੀਤੀ। ਆਪਾਂ ਵੀ ਕਰੀਏ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਲਵਪੁਰ ਆਪਣੇ ਗ੍ਰਹਿ ਮਹਿ ਗਏ, ਹਾਂਜੀ, ਉਠੇ ਪ੍ਰਾਤ ਤਹ ਜਾਵਤ ਭਏ। ਤੇ ਅੱਜ ਬੜੇ ਸਾਲਾਂ ਬਾਅਦ ਮਹਾਰਾਜ ਲਾਹੌਰ ਗਏ ਜੀ। ਬਚਪਨ ਚ ਆ ਗਏ ਸਨ, ਬੜੇ ਸਾਲਾਂ ਬਾਅਦ ਲਾਹੌਰ ਗਏ ਤੇ ਲਾਹੌਰ ਜਾ ਕੇ ਆਪਣੇ ਘਰ ਗਏ ਜੀ। ਪਹਿਲਾਂ ਧਰਮਸ਼ਾਲਾ ਸੀ ਉੱਥੇ ਜੀ, ਉੱਥੇ ਗਏ ਆ ਤੇ ਸਾਧ ਸੰਗਤ ਜੀ ਰਾਤ ਆਰਾਮ ਕੀਤਾ, ਦਿਨੇ ਫਿਰ ਤੁਰ ਪਏ ਜੀ। ਹਾਂਜੀ, ਸੁਨ ਅਕਬਰ ਨੇ ਸਰਬ ਹਕਾਰੇ। ਅਕਬਰ ਨੂੰ ਵੀ ਪਤਾ ਲੱਗ ਗਿਆ ਵੀ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਇੱਕ ਆਪਣੇ ਸੇਵਕ ਨੂੰ ਭੇਜਿਆ। ਅਕਬਰ ਨੇ ਸਾਰੇ ਬ੍ਰਾਹਮਣ ਸੱਦ ਲਏ ਵੀ ਆ ਜਾਓ, ਅੱਜ ਤੁਹਾਡੀ ਆਮਣੇ ਸਾਹਮਣੇ ਗੱਲਬਾਤ ਹੋਵੇਗੀ। ਹਾਂਜੀ, ਦਿਜ ਖੱਤਰੀ ਪਹੁੰਚੇ ਤਬ ਸਾਰੇ। ਬਸ ਉਸੇ ਵੇਲੇ ਦਿਜ ਖੱਤਰੀ ਬ੍ਰਾਹਮਣ ਲਾਹੌਰ ਦੇ ਵਿੱਚ ਸਾਰੇ ਅਕਬਰ ਦੇ ਦਰਬਾਰ ਵਿੱਚ ਪਹੁੰਚ ਗਏ। ਅਪਰ ਲੋਕ ਅਰ ਸਭ ਉਮਰਾਵ। ਹੋਰ ਲੋਕ ਵੀ ਇਕੱਠੇ ਹੋ ਗਏ ਵੀ ਅੱਜ ਗੁਰੂ ਘਰ ਬਾਰੇ ਫੈਸਲਾ ਹੋਣਾ। ਵਜ਼ੀਰ ਵੀ ਬੜੇ ਆਏ। ਹਾਂਜੀ, ਮਿਲ ਇਕੱਠੇ ਹੋਏ ਤਿਸ ਥਾਵ। ਸਾਰੇ ਉਸ ਥਾਂ ਤੇ ਇਕੱਠੇ ਹੋ ਗਏ ਆ ਤੇ ਸਾਧ ਸੰਗਤ ਜੀ ਫਿਰ ਅੱਗੋਂ ਹੁਣ ਕਚਹਿਰੀ ਦਾ ਕੰਮ ਚੱਲਣਾ। ਉਹ ਕਚਹਿਰੀ ਦਾ ਕੰਮ ਤੇ ਬੜਾ ਲੰਮਾ ਚੌੜਾ ਉੱਥੇ ਚੱਲਦਾ, ਪਰ ਜਿੱਤ ਕਿਹਦੀ ਹੋਏਗੀ? ਸ੍ਰੀ ਗੁਰੂ ਰਾਮਦਾਸ ਸਾਹਿਬ। ਗੁਰੂ ਘਰ ਦੀ ਜਿੱਤ ਹੈ, ਸਦਾ ਹੀ ਗੁਰੂ ਘਰ ਦੀ ਜਿੱਤ ਹੈ। ਭਾਵੇਂ ਕੋਈ ਗੱਲਾਂ ਬਾਤਾਂ ਵਿੱਚ ਜੰਗ ਕਰਕੇ ਵੇਖ ਲਵੇ ਤੇ ਭਾਵੇਂ ਕੋਈ ਤਲਵਾਰ ਲੈ ਕੇ ਆ ਜੇ, ਜੰਗ ਜਿੱਤ ਤੇ ਗੁਰੂ ਘਰ ਦੀ ਹੋਣੀ ਸਦਾ ਜੀ। ਤੇਰੇ ਘਰ ਆਨੰਦ ਵਧਾਈ ਤੁਧ ਘਰ, ਮਾਨ ਮਹੱਤਾ ਤੇਜ ਆਪਣਾ ਆਪ ਜਰ। ਗੁਰੂ ਘਰ ਦੀ ਜਿੱਤ ਹੋਣੀ ਹੈ। ਪਰ ਉਹ ਕਿਵੇਂ ਗੱਲਬਾਤ ਹੁੰਦੀ ਹੈ, ਕਿਵੇਂ ਉਹ ਸਭਾ ਦੇ ਵਿੱਚ ਵੇਖਦੇ ਆ, ਜਿੱਧਰ ਮਹਾਰਾਜ ਨੇ ਆਖਿਆ ਉਹ ਸਾਰਾ ਪ੍ਰਸੰਗ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਗਰੀਬ ਨਵਾਜ ਮਿਹਰਾਂ ਕਰਨ, ਬਖਸ਼ਿਸ਼ਾਂ ਕਰਨ। ਗੁਰੂ ਘਰ ਦੀ ਸਦਾ ਹੀ ਜੈ ਜੈਕਾਰ ਹੈ, ਗੁਰੂ ਘਰ ਦੀ ਸਦਾ ਹੀ ਜੈ ਜੈਕਾਰ ਹੈ।
ਸੋ ਮਹਾਰਾਜ ਗਰੀਬ ਨਵਾਜ ਕਿਰਪਾ ਕਰਨ, ਪ੍ਰੇਮ ਨਾਲ ਗੁਰ ਮੰਤਰ ਦਾ ਜਾਪ ਕਰਕੇ ਫਿਰ ਆਪਾਂ ਖਿਮਾ ਮੰਗੀਏ। ਅਗਲਾ ਪ੍ਰਸੰਗ ਕੱਲ ਨੂੰ ਸਰਵਣ ਕਰਾਂਗੇ। ਸਾਰੀ ਸੰਗਤ ਕਹੋ ਜੀ ਵਾਹਿਗੁਰੂ, ਜਪ ਵਾਹਿਗੁਰੂ, ਵਾਹਿਗੁਰੂ, ਜਪ ਵਾਹਿਗੁਰੂ, ਜਪ ਵਾਹਿਗੁਰੂ, ਜਪ ਵਾਹਿਗੁਰੂ, ਜਪ ਵਾਹਿਗੁਰੂ, ਜਪ ਵਾਹਿਗੁਰੂ। ਇਹ ਭਜਨ ਦੀ ਤਾਕਤ ਤੇ ਭਜਨ ਦੀ ਜਿਹਦੇ ਤੇ ਗੁਰੂ ਸਾਹਿਬ ਕਿਰਪਾ ਕਰ ਦਿੰਦੇ ਆ ਨਾ, ਵੇਦ ਸ਼ਾਸਤਰ ਪੁਰਾਣ ਗ੍ਰੰਥ ਉਹਦੇ ਅੰਦਰ ਹੀ ਪ੍ਰਗਟ ਹੋ ਜਾਂਦੇ ਹਨ। ਪ੍ਰਭ ਕੈ ਸਿਮਰਨ ਸਭ ਕਿਛ ਸੁਝੈ, ਸਾਰਾ ਕੁਝ ਹੀ ਆਉਣ ਲੱਗ ਪੈਂਦਾ ਬੰਦੇ ਨੂੰ ਜੀ, ਸੁਝਣ ਲੱਗ ਪੈਂਦਾ। ਪ੍ਰਭ ਕੈ ਸਿਮਰਨ ਸਭ ਕੁਝ ਸੁਝੈ। ਸੋ ਮਹਾਰਾਜ ਕਿਰਪਾ ਕਰਨ, ਜਪੋ ਸਾਰੇ ਜਪ ਵਾਹਿਗੁਰੂ, ਜਪ ਵਾਹਿਗੁਰੂ, ਜਪ ਵਾਹਿਗੁਰੂ, ਜਪ ਵਾਹਿਗੁਰੂ, ਜਪ ਵਾਹਿਗੁਰੂ, ਜਪ ਵਾਹਿਗੁਰੂ, ਵਾਹਿਗੁਰੂ, ਜਪ ਵਾਹਿਗੁਰੂ, ਵਾਹਿਗੁਰੂ, ਜਪ ਵਾਹਿਗੁਰੂ, 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 ਵਾਹਿਗੁਰੂ। ਵਾਹਿਗੁਰੂ। ਸੋ ਸੱਚੇ ਪਾਤਸ਼ਾਹ ਗਰੀਬ ਨਵਾਜ ਕਰਨ ਕਿਰਪਾ। ਅੱਗੋਂ ਕਚਹਿਰੀ ਦੇ ਵਿੱਚ ਜੋ ਹੁੰਦਾ ਹੈ, ਉਹ ਜੇ ਅੱਜ ਸੁਣਾਉਂਦੇ ਛੇਤੀ ਛੇਤੀ ਵਿੱਚ, ਤੇ ਉਹ ਜਿਹੜੀਆਂ ਗੱਲਾਂ ਸਾਨੂੰ ਫਿਰ ਪਕੜ ਵਿੱਚ ਨਹੀਂ ਸੀ ਆਉਣੀਆਂ। ਸੋ ਮਹਾਰਾਜ ਲਾਹੌਰ ਪਹੁੰਚ ਗਏ ਆ। ਸਭ ਵਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ। ਮਹਾਰਾਜ ਦਾ ਮਨ ਮੰਨਿਆ ਗੁਰੂ ਰਾਮਦਾਸ ਜੀ ਤੇ ਤਾਈਓ ਭੇਜਿਆ ਹੈ। ਤੇ ਮਹਾਰਾਜ ਲਾਹੌਰ ਪਹੁੰਚ ਗਏ ਆ। ਹੁਣ ਸਭਾ ਵੀ ਲੱਗ ਚੁੱਕੀ ਹੈ, ਖੱਤਰੀ ਬ੍ਰਾਹਮਣ ਵੀ ਪਹੁੰਚ ਗਏ ਆ, ਗੁਰੂ ਰਾਮਦਾਸ ਸਾਹਿਬ ਵੀ ਪਹੁੰਚ ਗਏ। ਤੇ ਅੱਗੋਂ ਜੋ ਹੁੰਦਾ ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਜਿਵੇਂ ਗੁਰੂ ਰਾਮਦਾਸ ਸਾਹਿਬ ਕਹਿੰਦੇ ਨਾ,